ਹੈਲੋ ਦੋਸਤੋ, ਅੱਜ ਅਸੀਂ ਪਲਾਸਟਿਕ ਪ੍ਰੋਸੈਸਿੰਗ ਤਕਨੀਕਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਪਲਾਸਟਿਕ ਦੀ ਪ੍ਰੋਸੈਸਿੰਗ ਕਰਾ ਸਕਦੇ ਹਾਂ। ਕਿਸ ਤਰ੍ਹਾਂ ਅਸੀਂ ਉਹਨੂੰ ਗ੍ਰੈਨੂਲਰ ਫਾਰਮ 'ਚ ਜਾਂ ਪਾਊਡਰ ਫਾਰਮ 'ਚ ਜਿਹੜਾ ਸਾਡਾ ਪਲਾਸਟਿਕ ਹੁੰਦਾ ਉਹਨੂੰ ਅਸੀਂ ਫਿਨਿਸ਼ਡ ਪ੍ਰੋਡਕਟਸ ਜਾਂ ਸੈਮੀ ਫਿਨਿਸ਼ਡ ਪ੍ਰੋਡਕਟਸ ਦੇ ਵਿੱਚ ਤਿਆਰ ਕਰਨਾ। ਕਿਹੜੇ ਅਸੀਂ ਪ੍ਰੋਸੈਸਿੰਗ ਪੈਰਾਮੀਟਰਸ ਦਾ ਧਿਆਨ ਰੱਖਣਾ ਜਦੋਂ ਅਸੀਂ ਆਪਣੇ ਆਰਟੀਕਲਸ ਤਿਆਰ ਕਰਨੇ ਹੈ ਕਿ ਛੋਟੇ ਤੋਂ ਛੋਟੇ ਆਰਟੀਕਲਸ ਤੋਂ ਵੱਡੇ ਕੰਟੇਨਰ ਛੋਟੀਆਂ ਸੈਨੀਟਾਈਜ਼ਰ ਬੋਟਲਸ ਤੋਂ ਲੈ ਕੇ ਅਸੀਂ ਆਟੋਮੋਟਿਵ ਪਾਰਟਸ ਜਿਹੜੇ ਯੂਜ਼ ਕੀਤੇ ਜਾਂਦੇ ਨੇ, ਮਤਲਬ ਥਾਊਜ਼ੈਂਡਸ ਤਰ੍ਹਾਂ ਦੀਆਂ ਐਪਲੀਕੇਸ਼ਨਸ ਹੈਗੀਆਂ ਅੱਜ ਦੀ ਡੇਟ ਦੇ ਵਿੱਚ ਪਲਾਸਟਿਕ ਕੰਪੋਨੈਂਟਸ ਦੀਆਂ। ਕਿਉਂਕਿ ਸਾਡਾ ਮੇਨਲੀ ਪ੍ਰੋਸੈਸਿੰਗ ਦਾ ਮਤਲਬ ਹੈਗਾ ਕਿ ਅਸੀਂ ਪਲਾਸਟਿਕ ਨੂੰ ਰਾਅ ਫਾਰਮ ਦੇ ਵਿੱਚੋਂ ਅਸੀਂ ਉਹਨੂੰ ਸੋਲਿਡ ਆਰਟੀਕਲ ਤਿਆਰ ਕਰਨਾ। ਔਰ ਆਰਟੀਕਲ ਸੋਲਿਡ ਤੁਹਾਡਾ ਕਿਸੇ ਵੀ ਸ਼ੇਪ ਦਾ ਹੋ ਸਕਦਾ, ਉਹ ਤੁਹਾਡਾ ਹੋਲੋ ਬੋਟਲ ਵੀ ਹੋ ਸਕਦੀ ਹੈ, ਕੋਈ ਇੰਟਰੀਕੇਟ ਪ੍ਰੋਫਾਈਲਸ ਵੀ ਹੋ ਸਕਦੀ ਹੈ, ਸ਼ੀਟ ਵੀ ਹੋ ਸਕਦੀ ਹੈ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਉਹ ਹੋ ਸਕਦਾ। ਸੋ ਅਸੀਂ ਸਾਡਾ ਮੇਨਲੀ ਇਹਦੇ ਵਿੱਚ ਸਾਡੀ ਜਿਹੜੀ ਅਪਰੋਚ ਰਹਿਣੀ ਚਾਹੀਦੀ ਹੈ ਕਿ ਅਸੀਂ ਸਭ ਤੋਂ ਈਜ਼ੀ ਮੈਥਡ ਜਿਹੜਾ ਹੈ ਉਹ ਅਡੋਪਟ ਕਰਕੇ, ਜਿਹਦੇ ਵਿੱਚ ਸਾਨੂੰ ਜ਼ਿਆਦਾ ਕੰਪਲੀਕੇਸ਼ਨਸ ਵੀ ਨਾ ਆਉਣ ਅਤੇ ਅਸੀਂ ਜਿਹੜਾ ਹੈ ਉਹ ਕੰਪੋਨੈਂਟ ਤਿਆਰ ਕਰਨਾ। ਸੋ ਅਗਰ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪਲਾਸਟਿਕ ਪ੍ਰੋਸੈਸਿੰਗ ਕੈਨ ਬੀ ਡਿਫਾਈਨਡ ਐਜ਼ ਦ ਪ੍ਰੋਸੈਸ ਆਫ ਕਨਵਰਟਿੰਗ ਦ ਪਲਾਸਟਿਕ ਰਾਅ ਮਟੀਰੀਅਲ ਇਨਟੂ ਸੈਮੀ ਫਿਨਿਸ਼ਡ ਪ੍ਰੋਡਕਟਸ। ਕਿ ਜਿਸ ਤਰ੍ਹਾਂ ਅਸੀਂ ਇਹਨਾਂ ਨੇ ਦੱਸ ਰਹੇ ਕਿ ਰਾਅ ਮਟੀਰੀਅਲ ਨੂੰ ਜਦੋਂ ਅਸੀਂ ਸੈਮੀ ਫਿਨਿਸ਼ ਜਾਂ ਫਿਨਿਸ਼ ਪ੍ਰੋਡਕਟਸ ਦੇ ਵਿੱਚ ਕਨਵਰਟ ਕਰਦੇ ਹਾਂ ਉਹਨੂੰ ਅਸੀਂ ਪਲਾਸਟਿਕ ਪ੍ਰੋਸੈਸਿੰਗ ਕਹਿ ਸਕਦੇ ਹਾਂ। ਸੋ ਸੈਮੀ ਫਿਨਿਸ਼ਡ ਇਹਨਾਂ ਨੇ ਇਸ ਕਰਕੇ ਕਿਹਾ ਕਿ ਸਾਡੇ ਜਿਹੜੇ ਆਰਟੀਕਲਸ ਹੁੰਦੇ ਨੇ ਉਹ ਫੁੱਲੀ ਜਦੋਂ ਫਾਰਮ ਹੋ ਜਾਂਦੇ ਆ ਤਾਂ ਉਹ ਫੁੱਲੀ ਰੈਡੀ ਟੂ ਯੂਜ਼ ਨਹੀਂ ਹੁੰਦੇ। ਕਈ ਵਾਰੀ ਸਾਨੂੰ ਪੋਸਟ ਪ੍ਰੋਸੈਸਿੰਗ ਤਕਨੀਕਸ ਵੀ ਇਹਦੇ ਵਿੱਚ ਲਗਾਉਣੀਆਂ ਪੈਂਦੀਆਂ, ਡਰਿਲਿੰਗ, ਵੈਲਡਿੰਗ, ਬੈਂਡਿੰਗ ਵਗੈਰਾ ਕੁਛ ਆਪਰੇਸ਼ਨਸ ਕਰਨੇ ਪੈਂਦੇ ਆ। ਕਈ ਵਾਰੀ ਉੱਪਰ ਸਾਨੂੰ ਕੁਛ ਟੈਕਸਚਰ ਵਗੈਰਾ ਪ੍ਰਿੰਟ ਕਰਨਾ ਪੈਂਦਾ। ਸੋ ਇੰਜੈਕਸ਼ਨ ਮੋਲਡਡ ਆਰਟੀਕਲਸ ਦੇ ਨਾਲ ਵੀ ਸਾਡਾ ਜਿਹੜਾ ਸਪਰਿਊ ਜਾਂ ਰਨਰਸ ਜਿਹੜੇ ਹੈਗੇ ਨੇ ਉਹ ਨਾਲ ਹੁੰਦੇ ਨੇ। ਸੋ ਇਸ ਕਰਕੇ ਆਪਾਂ ਉਹਨੂੰ ਸੈਮੀ ਫਿਨਿਸ਼ਡ ਬੋਲ ਦਿੰਦੇ ਹਾਂ ਕਿ ਜਿਹੜੇ ਆਰਟੀਕਲਸ ਆ ਉਹਨਾਂ 'ਤੇ ਸਾਨੂੰ ਥੋੜ੍ਹਾ ਬਹੁਤਾ ਸਾਨੂੰ ਜਿਹੜਾ ਉਹ ਲੇਟਰ ਕੰਮ ਕਰਨਾ ਪੈਂਦਾ, ਦੈਨ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਸੋ ਇਹਦੀ ਐਗਜ਼ਾਮਪਲ ਜਿਵੇਂ ਬਕਟਸ ਹੋ ਗਿਆ, ਆਟੋਮੋਬਾਈਲ ਪਾਰਟਸ ਹੋ ਗਿਆ, ਕਰੇਟਸ, ਟ੍ਰੇਨਸ, ਪਾਈਪਸ, ਬੋਟਲਸ, ਕੈਰੀ ਬੈਗਸ, ਰੋਪਸ, ਪ੍ਰੋਫਾਈਲਸ ਦੀ ਕੁਛ ਐਗਜ਼ਾਮਪਲਸ ਹੈਗੀਆਂ ਨੇ। ਸੋ ਕਲਾਸੀਫਿਕੇਸ਼ਨ ਅਗਰ ਆਪਾਂ ਪ੍ਰੋਸੈਸਿੰਗ ਮੈਥਡਸ ਦੀ ਗੱਲ ਕਰੀਏ ਤਾਂ ਪ੍ਰਾਇਮਰੀ ਪ੍ਰੋਸੈਸਿੰਗ ਮੈਥਡਸ ਕਿਹਦੇ ਆ ਜਾਂਦੇ ਆ, ਜਿਹਦੇ ਵਿੱਚ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਜਿਹੜੇ ਹੈ ਪ੍ਰੋਸੈਸਿੰਗ ਮੈਥਡਸ ਆ, ਸਾਡੇ ਕੋਲ ਅਨਲਿਮਿਟਡ ਤਰ੍ਹਾਂ ਦੇ ਪ੍ਰੋਸੈਸਿੰਗ ਮੈਥਡ ਆ, ਬਟ ਆਪਾਂ ਜਿਹੜੇ ਮੇਨਲੀ 95% ਜਿਹੜੇ ਪ੍ਰੋਸੈਸਿੰਗ ਯੂਜ਼ ਕਰਦੇ ਹਾਂ ਪਲਾਸਟਿਕ ਦੀ, ਉਹਦੇ ਵਿੱਚ ਇੰਜੈਕਸ਼ਨ, ਐਕਸਟਰੂਜਨ, ਬਲੋ, ਕੰਪਰੈਸ਼ਨ, ਟਰਾਂਸਫਰ, ਰੋਟੇਸ਼ਨ, ਇਹ ਸਾਰੇ ਪ੍ਰੋਸੈਸਿਸ ਆ ਜਾਂਦੇ ਨੇ ਜਿਹੜੇ ਕਿ ਜਿਨ੍ਹਾਂ ਦੀ ਮੈਂ ਮੰਨਣਾ ਕਿ ਜਿਨ੍ਹਾਂ ਦਾ ਯੂਜ਼ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸ਼ੇਪ ਜਿਹੜੀ ਹੈਗੀ ਆ, ਜਿਨ੍ਹਾਂ ਦੀ ਸਾਨੂੰ ਹੋਲੋ ਥਿਕਨੈਸ ਅਗਰ ਚਾਹੀਦੀ ਹੈ ਤਾਂ ਤੁਹਾਨੂੰ ਕੋਈ ਵੀ ਇੰਟਰੀਕੇਟ ਪ੍ਰੋਫਾਈਲ ਚਾਹੀਦੀ ਆ, ਤੁਹਾਨੂੰ ਹਰ ਤਰ੍ਹਾਂ ਦੀ ਸ਼ੇਪ ਜਿਹੜੀ ਹੈਗੀ ਇਹਨਾਂ ਪ੍ਰੋਸੈਸਿਸ ਦੇ ਨਾਲ ਮਿਲ ਜਾਂਦੇ। ਸੋ ਅਗਰ ਸੈਕੰਡਰੀ ਦੀ ਗੱਲ ਕਰੀਏ ਤਾਂ ਰੋਟੇਸ਼ਨ, ਜਿਹਨੂੰ ਕਿ ਆਪਾਂ ਰੋਟੋ ਮੋਲਡਿੰਗ ਪ੍ਰੋਸੈਸ ਵੀ ਬੋਲਦੇ ਹਾਂ। ਥਰਮੋਫਾਰਮਿੰਗ, ਅਸੀਂ ਜਿੱਦਾਂ ਸ਼ੀਟ ਤੋਂ ਅਗਰ ਆਪਾਂ ਪ੍ਰੋਡਕਟਸ ਤਿਆਰ ਕਰਨੇ ਤਾਂ ਉਹਨੂੰ ਆਪਾਂ ਥਰਮੋਫਾਰਮਿੰਗ ਬੋਲਾਂਗੇ। ਕੋਟਿੰਗ, ਕਿਸੇ ਚੀਜ਼ ਦੇ ਉੱਪਰ ਪਲਾਸਟਿਕ ਦੀ ਕੋਟਿੰਗ ਕਰਨੀ ਹੋਵੇ ਤਾਂ ਉਹ ਕੋਟਿੰਗ ਪ੍ਰੋਸੈਸ ਯੂਜ਼ ਕੀਤਾ ਜਾਂਦਾ। ਇਸੇ ਤਰ੍ਹਾਂ ਕਾਸਟਿੰਗ, ਠੀਕ ਆ, ਅਸੀਂ ਮਟੀਰੀਅਲ ਨੂੰ ਮੈਲਟ ਕਰਕੇ ਪਲਾਸਟਿਕ ਦੇ ਨੂੰ ਔਰ ਉਸ ਤੋਂ ਬਾਅਦ ਉਹਨੂੰ ਆਪਾਂ ਮੋਲਡ ਦੇ ਵਿੱਚ ਪਿਓਰ ਕਰ ਦੇਣਾ ਅਤੇ ਉਹ ਗ੍ਰੈਵਿਟੀ ਦੇ ਨਾਲ ਉਹਨੇ ਉਸ ਤਰ੍ਹਾਂ ਦੀ ਸ਼ੇਪ ਲੈ ਲੈਣੀ। ਕਲੈਂਡਰਿੰਗ, ਅਸੀਂ ਅਗਰ ਥਿਨ ਸ਼ੀਟਸ ਤਿਆਰ ਕਰਨੀਆਂ ਤਾਂ ਫਿਰ ਆਪਾਂ ਕਲੈਂਡਰਿੰਗ ਆਪਰੇਸ਼ਨ ਯੂਜ਼ ਕਰਾਂਗੇ। ਟੈਰੀਟਰੀ ਪ੍ਰੋਸੈਸਿੰਗ ਮੈਥਡਸ ਦੀ ਅਗਰ ਗੱਲ ਕਰੀਏ ਤਾਂ ਕਟਿੰਗ, ਡਰਿਲਿੰਗ, ਵੈਲਡਿੰਗ ਐਂਡ ਬੈਂਡਿੰਗ ਐਕਸੈਟਰਾ, ਜਿਹੜੇ ਕਿ ਇੱਦਾਂ ਪੋਸਟ ਪ੍ਰੋਸੈਸਿੰਗ ਮੈਥਡਸ ਜਿਹੜੇ ਮੈਂ ਤੁਹਾਨੂੰ ਦੱਸੇ ਕਿ ਉਹ ਆਪਾਂ ਕੰਪੋਨੈਂਟਸ ਫਾਰਮ ਕਰਨ ਤੋਂ ਬਾਅਦ ਅਗਰ ਰਿਕੁਆਇਰਮੈਂਟ ਹੋਵੇ ਤਾਂ ਅਸੀਂ ਕਰਦੇ ਹਾਂ। ਸੋ ਫੰਡਾਮੈਂਟਲ ਆਫ ਪ੍ਰੋਸੈਸਿੰਗ ਪਰਫਾਰਮੈਂਸ ਰਿਕੁਆਇਰਮੈਂਟ, ਸਾਡੀ ਪਰਫਾਰਮੈਂਸ ਰਿਕੁਆਇਰਮੈਂਟ ਕਿੱਦਾਂ ਦੀ ਹੈਗੀ, ਅਸੀਂ ਤੁਹਾਨੂੰ ਪ੍ਰੋਡਕਟਸ ਕਿੱਦਾਂ ਦਾ ਚਾਹੀਦਾ, ਕਿ ਉਸ ਪ੍ਰੋਡਕਟ ਦੇ ਉੱਪਰ ਸਾਰੀ ਤੁਸੀਂ ਇੰਜੀਨੀਅਰਿੰਗ ਤਕਨੀਕਸ ਲਗਾਉਣਾ ਚਾਹੁੰਦੇ ਹੋ ਜਾਂ ਪ੍ਰੈਕਟੀਕਲ ਅਪਰੋਚ ਰੱਖਣਾ ਚਾਹੁੰਦੇ ਹੋ ਕਿ ਠੀਕ ਹੈ ਜਿੱਦਾਂ ਦੀ ਸਾਨੂੰ ਰਿਕੁਆਇਰਮੈਂਟ ਆ ਉਸ ਤਰ੍ਹਾਂ ਦਾ ਤੁਸੀਂ ਪ੍ਰੋਡਕਟ ਤਿਆਰ ਕਰ ਦੇਣਾ। ਬਟ ਕਈ ਵਾਰੀ ਸਾਨੂੰ ਰਿਕੁਆਇਰਮੈਂਟ ਹੀ ਹੁੰਦੀ ਹੈ ਕਿ ਹਾਂ ਠੀਕ ਹੈ, ਸਾਡਾ ਜੇ ਕੰਪੋਨੈਂਟ ਫਾਰਮ ਹੋਣ ਤੋਂ ਬਾਅਦ 30 ਰੁਪਏ ਦਾ ਕੰਪੋਨੈਂਟ ਸਾਡਾ ਵਿਕ ਰਿਹਾ ਅਤੇ ਸਾਨੂੰ ਉੱਤੇ 50 ਰੁਪਏ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ। ਸਾਨੂੰ ਉਹਦੇ 'ਤੇ ਉਹੋ ਜਿਹੇ ਪ੍ਰੋਸੈਸਿੰਗ ਮੈਥਡਸ, ਸਾਨੂੰ ਉਹ ਜਿਹਾ ਡਿਜ਼ਾਈਨ 'ਤੇ ਖਰਚਾ, ਮੈਨੂਫੈਕਚਰਿੰਗ 'ਤੇ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਫਿਰ ਆਪਾਂ ਉਹਦੇ 'ਤੇ, ਕਿਉਂਕਿ ਉਹ ਫਿਰ ਸਾਡਾ ਐਡਵਾਂਟੇਜਸ ਨਹੀਂ ਹੈਗਾ ਕਿ ਤੁਸੀਂ 30 ਰੁਪਏ ਦਾ ਪ੍ਰੋਡਕਟ ਜਿਹੜਾ ਹੈਗਾ ਉਹ ਜਿਹੜੀ ਹੈ 50 ਰੁਪਏ ਤੁਸੀਂ ਕੋਸਟ ਉਹਦੇ 'ਤੇ ਲਗਾਓ ਅਤੇ 30 ਰੁਪਏ ਦਾ ਬਾਅਦ 'ਚ ਤੁਹਾਡਾ ਪ੍ਰੋਡਕਟ ਜਿਹੜਾ ਹੈ ਵਿਕੇ।
ਸੋ ਇਸੇ ਤਰ੍ਹਾਂ ਮਟੀਰੀਅਲ ਤੁਸੀਂ ਕਿਹੜਾ ਸਿਲੈਕਟ ਕਰਨਾ, ਪ੍ਰੋਪਰਟੀਜ਼ ਮਟੀਰੀਅਲ ਦੀਆਂ ਕੀ ਹੋਣੀਆਂ ਚਾਹੀਦੀਆਂ, ਇਹ ਵੀ ਇਹਦੇ ਬਾਰੇ ਵੀ ਤੁਹਾਨੂੰ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਕਿ ਕਿਹੜਾ ਪਲਾਸਟਿਕ ਮਟੀਰੀਅਲ ਕਿੰਨੇ ਟੈਂਪਰੇਚਰ 'ਤੇ ਜਾ ਕੇ ਪ੍ਰੋਸੈਸ ਕੀਤਾ ਜਾਂਦਾ, ਕਿਹੜਾ ਪ੍ਰੋਸੈਸ ਤੁਸੀਂ ਯੂਜ਼ ਕਰ ਰਹੇ ਹੋ, ਕੋਸਟ ਕੀ ਆ, ਪਰਫਾਰਮੈਂਸ ਕਿੰਨੀ ਚਾਹੀਦੀ ਹੈ, ਕਿਉਂਕਿ ਕੋਸਟ ਤੇ ਪਰਫਾਰਮੈਂਸ ਜਿਹੜੀ ਹੈਗੀ ਇਹ ਤੋਂ ਨਾ ਇੱਕ ਦੂਜੇ ਨਾਲ ਇਨਵਰਸਲੀ ਪ੍ਰਪੋਰਸ਼ਨਲ ਹੈਗੀ ਆ। ਕੋਸਟ ਨੂੰ ਤੁਸੀਂ ਇਨਕਰੀਜ਼ ਕਰੋਗੇ, ਡਾਇਰੈਕਟਲੀ ਪ੍ਰਪੋਰਸ਼ਨਲ, ਕੋਸਟ ਪਰਫਾਰਮੈਂਸ ਡਾਇਰੈਕਟਲੀ ਪ੍ਰਪੋਰਸ਼ਨਲ, ਕੋਸਟ ਇਨਕਰੀਜ਼ ਕਰੋਗੇ ਤਾਂ ਪਰਫਾਰਮੈਂਸ ਉਹਦੀ ਇਨਕਰੀਜ਼ ਹੋਏਗੀ, ਕਿਉਂਕਿ ਅਗਰ ਤੁਸੀਂ ਵਧੀਆ ਪ੍ਰੋਡਕਟ ਤਿਆਰ ਕਰੋਗੇ, ਵਧੀਆ ਮਟੀਰੀਅਲ ਲਗਾਓਗੇ, ਵਧੀਆ ਮੋਲਡ ਦੇ ਵਿੱਚ ਮੈਨੂਫੈਕਚਰ ਕਰੋਗੇ, ਸੋ ਇਹ ਸਾਰੇ ਇੱਕ ਦੂਜੇ ਨਾਲ ਇੰਟਰ ਰਿਲੇਟਡ ਆ। ਅਤੇ ਜਿਹੜਾ ਤੁਹਾਡੀ ਪਰਫਾਰਮੈਂਸ ਆ ਪ੍ਰੋਡਕਟ ਦੀ ਵਧੀਆ ਹੋਊਗੀ, ਉਹਦੀ ਸ਼ੇਪ ਵਧੀਆ ਹੋਊਗੀ, ਉਹਦੀ ਲਾਈਫ ਅੱਛੀ ਹੋਊਗੀ। ਬਟ ਅਗਰ ਤੁਸੀਂ ਕੋਸਟ ਨਾਲ ਕੰਪਰੋਮਾਈਜ਼ ਕਰੋਗੇ, ਕੋਸਟ ਨੂੰ ਤੁਸੀਂ ਘੱਟ ਚੀਜ਼ਾਂ ਮੋਲਡ ਤੁਸੀਂ ਹਲਕਾ ਯੂਜ਼ ਕਰੋਗੇ, ਪ੍ਰੋਸੈਸਿੰਗ ਮੈਥਡ ਉਹਦੇ 'ਤੇ ਜਿਹੜਾ ਇਫੈਕਟਿਵ ਪ੍ਰੋਸੈਸਿੰਗ ਮੈਥਡ ਆ ਉਹ ਨਹੀਂ ਲਗਾਓਗੇ, ਅਤੇ ਜਿਹੜੀ ਤੁਹਾਡੀ ਉਹਦੀ ਪਰਫਾਰਮੈਂਸ ਆ ਪ੍ਰੋਡਕਟ ਦੀ ਉਹ ਜਿਹੜੀ ਆ ਹਿੱਟ ਹੋਊਗੀ। ਸੋ ਇਹੀ ਚੀਜ਼ ਹੈਗੀ ਆ। ਸੋ ਪ੍ਰੋਸੈਸਿਬਿਲਿਟੀ ਦਾ ਮਤਲਬ ਨੈਕਸਟ ਜਿਹੜਾ ਹੈਗਾ ਕਿ ਪ੍ਰੋਸੈਸਿਬਿਲਿਟੀ ਕੀ ਚੀਜ਼ ਆ। ਪ੍ਰੋਸੈਸਿਬਿਲਿਟੀ ਹੈਗਾ ਕਿ ਕਿੰਨੀ ਕੁ ਈਜ਼ੀਨੈਸ ਨਾਲ ਜਾਂ ਕਿੰਨੀ ਡਿਫੀਕਲਟੀ ਨਾਲ ਤੁਸੀਂ ਪਲਾਸਟਿਕ ਨੂੰ ਹੈਂਡਲ ਕਰ ਪਾਉਂਦੇ ਹੋ ਜਦੋਂ ਤੁਸੀਂ ਉਹਨੂੰ ਪ੍ਰੋਡਕਟਸ ਦੇ ਵਿੱਚ ਕਨਵਰਟ ਕਰਨਾ, ਕਿੰਨੀ ਕੁ ਈਜ਼ੀਨੈਸ ਜਾਂ ਡਿਫੀਕਲਟੀ ਨਾਲ ਤੁਹਾਡਾ ਜਿਹੜਾ ਹੈ ਪਲਾਸਟਿਕ ਦੀ ਪ੍ਰੋਸੈਸਿਬਿਲਿਟੀ ਕਿੰਨੀ ਕੁ ਈਜ਼ੀ ਨਾਲ ਉਹ ਤੁਹਾਡਾ ਪ੍ਰੋਸੈਸ ਹੋ ਜਾਂਦਾ, ਕਨਵਰਟ ਹੋ ਜਾਂਦਾ ਫਾਈਨਲ ਪ੍ਰੋਡਕਟ ਦੇ ਵਿੱਚ, ਉਹਨੂੰ ਆਪਾਂ ਪ੍ਰੋਸੈਸਿਬਿਲਿਟੀ ਬੋਲਦੇ ਹਾਂ। ਸੋ ਅਗਰ ਕਿਉਂਕਿ ਇਹ ਜਿਹੜੀਆਂ ਪ੍ਰੋਸੈਸਿਬਿਲਿਟੀ ਹੁੰਦੀਆਂ ਆ ਡਿਪੈਂਡ ਕਰਦੀਆਂ ਮੋਲੀਕੂਲਰ ਵੇਟ 'ਤੇ, ਤੁਹਾਡਾ ਕਿਹੜਾ ਤੁਸੀਂ ਐਡੈਟਿਵਸ ਯੂਜ਼ ਕੀਤੇ, ਵਿੱਚ ਕਿਹੜੇ ਫਿਲਰ ਯੂਜ਼ ਕੀਤੇ ਹੈਗੇ ਆ, ਡਾਈਜ਼ ਹੈ ਨਾ, ਇਹ ਸਾਰਾ ਕੁਛ ਡਿਪੈਂਡ ਕਰਦਾ, ਅਤੇ ਪਲਾਸਟਿਕ ਫੀਡ ਰੇਟਸ 'ਤੇ ਡਿਪੈਂਡ ਕਰਦਾ ਹੈ ਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਡਿਪੈਂਡ ਕਰਦੀਆਂ ਨੇ। ਸੋ ਪਲਾਸਟਿਕ ਵਿਦ ਗੁੱਡ ਪ੍ਰੋਸੈਸਿਬਿਲਿਟੀ ਪ੍ਰੋਸੈਸਿਸ ਦਾ ਪ੍ਰੋਪਰਟੀਜ਼ ਨੈਸੈਸਰੀ ਟੂ ਮੇਕ ਇਟ ਈਜ਼ੀ ਟੂ ਪ੍ਰੋਸੈਸ ਦਾ ਪਲਾਸਟਿਕ ਇਨਟੂ ਡਿਜ਼ਾਇਰ ਸ਼ੇਪ। ਗੁੱਡ ਪ੍ਰੋਸੈਸਿਬਿਲਿਟੀ ਹੋਏਗੀ ਤਾਂ ਜਿੱਦਾਂ ਦੀ ਸਾਨੂੰ ਸ਼ੇਪ ਚਾਹੀਦੀ ਆ ਬੜੀ ਈਜ਼ੀ ਵੇ ਨਾਲ ਉਸ ਸ਼ੇਪ ਦੇ ਵਿੱਚ ਕਨਵਰਟ ਹੋ ਜਾਏਗਾ। ਸੋ ਅਗਰ ਆਪਾਂ ਪ੍ਰਾਇਮਰੀ ਪ੍ਰੋਸੈਸਿੰਗ ਟੈਕਨੋਲੋਜੀ ਟਾਈਪਸ ਦੀ ਗੱਲ ਕਰੀਏ ਅਤੇ ਇਹਦੇ ਵਿੱਚ ਸਾਡੀ ਇੰਜੈਕਸ਼ਨ ਮੋਲਡਿੰਗ ਆ ਜਾਂਦੀ ਹੈ। ਸੋ ਇੰਜੈਕਸ਼ਨ ਮੋਲਡਿੰਗ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਪ੍ਰੋਸੈਸ ਯੂਜ਼ ਕੀਤਾ ਜਾਂਦਾ ਮੋਲਡਿੰਗ ਇੰਡਸਟਰੀ ਦੇ ਵਿੱਚ। ਇੰਜੈਕਸ਼ਨ ਦਾ ਜਿਵੇਂ ਕਿ ਤੁਹਾਨੂੰ ਨਾਮ ਤੋਂ ਲੱਗ ਰਿਹਾ ਕਿ ਇੰਜੈਕਸ਼ਨ ਮੀਨਸ ਮਟੀਰੀਅਲ ਨੂੰ ਇਹਦੇ ਵਿੱਚ ਅਸੀਂ ਇੰਜੈਕਟ ਕਰਨਾ ਹੁੰਦਾ। ਇੱਕ ਸਾਡੇ ਕੋਲ ਬੈਰਲ ਹੁੰਦੀ ਆ, ਬੈਰਲ ਦੇ ਵਿੱਚ ਸਕਰੂ ਹੁੰਦਾ ਜਾਂ ਪਲੰਜਰ ਹੁੰਦਾ, ਉਹ ਡਿਪੈਂਡ ਕਰਦਾ ਅਸੀਂ ਪਲੰਜਰ ਟਾਈਪ ਜਾਂ ਸਕਰੂ ਟਾਈਪ ਕਿਹੜਾ ਯੂਜ਼ ਕਰ ਰਹੇ ਹਾਂ। ਬੈਰਲ ਦੇ ਜਿਹੜੇ ਆਊਟਸਾਈਡ ਡਾਇਮੀਟਰ ਹੋਏਗਾ ਉੱਤੇ ਸਾਡੇ ਹੀਟਰਸ ਲੱਗੇ ਹੋਣਗੇ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਕਿ ਦਿਸ ਇਜ਼ ਬੈਰਲ, ਇਹ ਜਿਹੜੀ ਇਹ ਬੈਰਲ ਹੈਗੀ ਹੈ, ਓਕੇ। ਸੋ ਬੈਰਲ 'ਤੇ ਆਊਟਸਾਈਡ ਹੀਟਰਸ ਲੱਗੇ ਹੋਣਗੇ ਔਰ ਇਹਦੇ ਅੰਦਰ ਸਕਰੂ ਹੈਗਾ। ਸੋ ਸਕਰੂ ਕੀ ਕਰਦਾ, ਦਿਸ ਇਜ਼ ਹੋਪਰ, ਮਟੀਰੀਅਲ ਸਾਡਾ ਇਸ ਹੋਪਰ ਦੇ ਵਿੱਚ ਅਸੀਂ ਇਹਨੂੰ ਪਾ ਦਿੰਦੇ ਹਾਂ। ਪਾਉਣ ਤੋਂ ਬਾਅਦ ਮਟੀਰੀਅਲ ਵਿਦ ਦਾ ਹੈਲਪ ਆਫ ਸਕਰੂ ਜਾਂ ਪਲੰਜਰ ਜੋ ਵੀ ਮੈਕੈਨਿਜ਼ਮ ਆਪਾਂ ਯੂਜ਼ ਕਰ ਰਹੇ ਹਾਂ, ਮਟੀਰੀਅਲ ਸਾਡਾ ਅੱਗੇ ਪੁਸ਼ ਹੁੰਦਾ ਅਤੇ ਰੋਟੇਟ, ਜਦੋਂ ਅਸੀਂ ਸਕਰੂ ਰੋਟੇਟ ਕਰਦਾ ਅਤੇ ਮਟੀਰੀਅਲ ਸਾਡਾ ਅੱਗੇ ਜਿਹੜਾ ਹੈ ਫੀਡ ਹੁੰਦਾ, ਅਤੇ ਜਦੋਂ ਸਕਰੂ ਪੁਸ਼ ਕੀਤਾ ਜਾਂਦਾ ਅਤੇ ਮਟੀਰੀਅਲ ਜਿਹੜਾ ਹੈਗਾ ਸਾਡਾ ਮੋਲਡ ਦੇ ਅੰਦਰ, ਮੋਲਡ ਇੱਕ ਇਹ ਜਿਹੜੀ ਮੈਂ ਸ਼ੋਅ ਕਰ ਰਿਹਾ ਦਿਸ ਇਜ਼ ਮਸ਼ੀਨ। ਮੋਲਡ ਅਲੱਗ ਚੀਜ਼ ਆ, ਮੋਲਡ ਜਿੱਦਾਂ ਦੀ ਸਾਨੂੰ ਸ਼ੇਪ ਚਾਹੀਦੀ ਉਹ ਅਸੀਂ ਸਟੀਲ ਦੀਆਂ ਪਲੇਟਸ ਨੂੰ ਕੱਟ ਕਰਕੇ ਮੋਲਡ ਤਿਆਰ ਕਰਦੇ ਹਾਂ। ਸੋ ਜਿੱਦਾਂ ਦੀ ਸਾਨੂੰ ਸ਼ੇਪ ਚਾਹੀਦੀ ਆ ਉਸ ਮੋਲਡ ਦੇ ਅੰਦਰ ਉਸ ਤਰ੍ਹਾਂ ਦੀ ਸ਼ੇਪ ਦੀ ਇੱਕ ਕੋਰ ਜਾਂ ਕੈਵਿਟੀ ਫਾਰਮ ਹੋਈ ਹੋਏਗੀ। ਕੋਰ ਕੈਵਿਟੀਜ਼ ਨੂੰ ਮਿਲਾ ਕੇ ਸਾਡਾ ਕੰਪੋਨੈਂਟ ਤਿਆਰ ਹੁੰਦਾ ਅਤੇ ਉਹਦੇ ਵਿੱਚ ਅਸੀਂ ਮਟੀਰੀਅਲ ਨੂੰ, ਗਰਮ ਮਟੀਰੀਅਲ ਨੂੰ, ਹੌਟ ਮਟੀਰੀਅਲ ਨੂੰ ਆਪਾਂ ਉਹਦੇ ਵਿੱਚ ਇੰਜੈਕਟ ਕਰ ਦੇਣਾ। ਇੰਜੈਕਟ ਕਰਨ ਤੋਂ ਬਾਅਦ ਮੋਲਡ ਦਾ ਜਿਹੜਾ ਮੋਲਡ ਦੀਆਂ ਵਾਲਸ ਜਾਂ ਮੋਲਡ ਦਾ ਜਿਹੜਾ ਹੁੰਦਾ ਉਹ ਠੰਡਾ ਮੋਲਡ ਹੁੰਦਾ, ਇਸ ਕਰਕੇ ਅੰਦਰ ਜਾਂਦੇ ਹੀ ਸਾਡਾ ਮਟੀਰੀਅਲ ਜਿਹੜਾ ਹੋਗਾ ਫਰੀਜ਼ ਹੋ ਕੇ ਜਿੱਦਾਂ ਦੀ ਸਾਨੂੰ ਸ਼ੇਪ ਚਾਹੀਦੀ ਆ ਉੱਦਾਂ ਦੀ ਸ਼ੇਪ ਸਾਨੂੰ ਕੰਪੋਨੈਂਟ ਨੂੰ ਮਿਲ ਜਾਂਦੀ ਹੈ। ਸੋ ਇੰਜੈਕਸ਼ਨ ਮੋਲਡਿੰਗ ਸਭ ਤੋਂ ਵੱਧ ਅਸੀਂ ਇਹਦੇ ਵਿੱਚ ਥਰਮੋਸੈਟ ਮਟੀਰੀਅਲ ਉਹ ਹੁੰਦੇ ਨੇ ਜਿਹੜੇ ਕਿ ਇੱਕ ਵਾਰੀ ਵਿਦ ਦਾ ਹੈਲਪ ਆਫ ਹੀਟ ਐਂਡ ਪ੍ਰੈਸ਼ਰ ਸੈੱਟ ਹੋ ਜਾਣ, ਅਸੀਂ ਇਹਨੂੰ ਦੁਬਾਰਾ ਰੀਸ਼ੇਪ ਨਹੀਂ ਕਰ ਸਕਦੇ। ਥਰਮੋਪਲਾਸਟਿਕ ਵਿਦ ਦਾ ਹੈਲਪ ਆਫ ਹੀਟ ਐਂਡ ਪ੍ਰੈਸ਼ਰ ਅਸੀਂ ਉਹਨੂੰ ਇੱਕ ਵਾਰੀ ਅਗਰ ਉਹਨੂੰ ਸੋਲਿਡ ਵੀ ਕਰ ਲਿਆ ਦੈਨ ਉਹਨੂੰ ਆਪਾਂ ਦੁਬਾਰਾ ਜਿੰਨੀ ਵਾਰੀ ਮਰਜ਼ੀ ਰੀਸ਼ੇਪ ਕਰ ਸਕਦੇ ਹਾਂ, ਠੀਕ ਹੈ। ਸੋ ਜਿਹੜੀਆਂ ਥਰਮੋਸੈਟ ਦੇ ਵਿੱਚ ਜਿਹੜੀਆਂ ਮੋਲੀਕੂਲਸ ਹੁੰਦੇ ਨੇ, ਸੋ ਉਹ ਜਿਹੜਾ ਅੰਦਰ ਉਹਨਾਂ ਦੇ ਅੰਦਰ ਜਿਹੜਾ ਸਟਰਕਚਰ ਤਿਆਰ ਹੋ ਜਾਂਦਾ ਉਹ ਦੁਬਾਰਾ ਸਟਰਕਚਰ ਜਿਹੜਾ ਹੈਗਾ 3D ਸਟਰਕਚਰ ਇੱਕ ਤਰ੍ਹਾਂ ਦਾ ਕਹਿ ਸਕਦੇ ਹੋ ਤਿਆਰ ਹੋ ਜਾਂਦਾ। ਉਹ ਦੁਬਾਰਾ ਜਿਹੜਾ ਹੈ ਉਹ ਰੀਸ਼ੇਪ ਨਹੀਂ ਹੁੰਦਾ ਉਹਨੂੰ, ਅਤੇ ਦੁਬਾਰਾ ਜਿਹੜੇ ਬੋਨਡਸ ਆ ਉਹ ਇੱਕ ਦੂਜੇ ਦੇ ਨਾਲ ਨਹੀਂ ਜੁਆਇਨ ਹੋ ਪਾਉਂਦੇ। ਇਸ ਕਰਕੇ ਥਰਮੋਪਲਾਸਟਿਕ ਵੀ ਇਹਦੇ ਵਿੱਚ ਮਟੀਰੀਅਲ ਪ੍ਰੋਸੈਸ ਹੋ ਜਾਂਦਾ ਅਤੇ ਥਰਮੋਸੈਟ ਮਟੀਰੀਅਲ। ਸੋ ਇਹ ਦੋਵਾਂ ਮਟੀਰੀਅਲਸ ਬਾਰੇ ਤੁਹਾਨੂੰ ਪਤਾ ਲੱਗ ਗਿਆ ਕਿ ਆਪਾਂ ਕਿਉਂ ਥਰਮੋਪਲਾਸਟਿਕ ਕੀ ਚੀਜ਼ ਆ, ਥਰਮੋਸੈਟਿੰਗ ਕੀ ਚੀਜ਼ ਆ। ਸੋ
ਪਲਾਸਟੀਸਾਈਟਡ ਐਟ ਦਾ ਕੰਟਰੋਲ ਟੈਂਪਰੇਚਰ ਇਨਸਾਈਡ ਦਾ ਸਕਰੂ ਪੰਪ a combination of screw and barrel ਜਿਵੇਂ ਮੈਂ ਤੁਹਾਨੂੰ ਦੱਸਿਆ then forced under pressure in through the nozzle into screw runner gate and cavities of the mold ਕਿਉਂਕਿ ਜਦੋਂ ਮਟੀਰੀਅਲ ਅਸੀਂ ਪੁਸ਼ ਕਰਵਾਉਂਦੇ ਹਾਂ ਮਸ਼ੀਨ ਸਾਡੀ ਪੁਸ਼ ਕਰਦੀ ਹੈ ਸਕਰੂ ਅਤੇ ਬੈਰਲ ਦਾ ਕੋਂਬੀਨੇਸ਼ਨ ਜਦੋਂ ਮਟੀਰੀਅਲ ਨੂੰ ਮੈਲਟਡ ਮਟੀਰੀਅਲ ਨੂੰ ਜਿਹੜਾ ਕਿ ਮੈਲਟ ਹੋ ਚੁੱਕਿਆ ਹੁੰਦਾ ਵਿਦ ਦਾ ਹੈਲਪ ਆਫ ਹੀਟ ਬੈਰਲ ਦੇ ਆਊਟਸਾਈਡ ਜਿਹੜੇ ਹੀਟਰਸ ਲੱਗੇ ਹੁੰਦੇ ਨੇ ਉਹਦੇ ਨਾਲ ਮੈਲਟ ਹੋ ਚੁੱਕਿਆ ਹੁੰਦਾ ਦੈਨ ਮਟੀਰੀਅਲ ਨੂੰ ਫੋਰਸ ਕੀਤਾ ਜਾਂਦਾ ਅੰਡਰ ਪ੍ਰੈਸ਼ਰ ਥਰੂ ਦਾ ਨੋਜ਼ਲ ਮਟੀਰੀਅਲ ਦੇ ਅੱਗੇ ਨੋਜ਼ਲ ਹੁੰਦੀ ਹੈ ਜਿਵੇਂ ਇੰਜੈਕਸ਼ਨ ਸਾਡਾ ਡਾਕਟਰ ਇੰਜੈਕਸ਼ਨ ਯੂਜ਼ ਕਰਦੇ ਉਹਦੇ ਅੱਗੇ ਨੀਡਲ ਲੱਗੀ ਹੁੰਦੀ ਹੈ ਇਸ ਤਰ੍ਹਾਂ ਹੀ ਇਹਦੇ ਅੱਗੇ ਨੋਜ਼ਲ ਲੱਗੀ ਹੁੰਦੀ ਹੈ ਨੋਜ਼ਲ ਪੁਸ਼ ਕਰਦੀ ਹੈ ਸਪਰਿਊ ਕੀ ਚੀਜ਼ ਹੁੰਦੀ ਹੈ ਸਪਰਿਊ ਮੋਲਡ ਦੇ ਵਿੱਚ ਹੁੰਦੀ ਹੈ ਰਿਵਰਸ ਟਿੱਪਰ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦਾ ਤੁਸੀਂ ਫਾਰਮ ਦੇ ਵਿੱਚ ਉਹਦੇ ਅੰਦਰ ਇੱਕ ਸਪਰਿਊ ਬੁਸ਼ ਲੱਗਾ ਹੁੰਦਾ ਉਹਦੇ ਅੰਦਰ ਸਪਰਿਊ ਹੁੰਦਾ ਰਨਰਸ ਹੁੰਦਾ ਮਟੀਰੀਅਲ ਸਪਰਿਊ ਤੋਂ ਬਾਅਦ ਰਨਰਸ ਦੇ ਵਿੱਚ ਜਾਂਦਾ ਰਨਰਸ ਤੋਂ ਨਿਕਲ ਕੇ ਦੈਨ ਗੇਟ ਦੇ ਵਿੱਚ ਜਾਂਦਾ ਗੇਟ ਦੇ ਵਿੱਚ ਛੋਟਾ ਜਿਹਾ ਸਾਈਜ਼ ਹੁੰਦਾ ਗੇਟ ਜਿਵੇਂ ਜਿਹਨੂੰ ਆਪਾਂ ਐਂਟਰੀ ਪੁਆਇੰਟ ਬੋਲ ਸਕਦੇ ਹਾਂ ਅਤੇ ਦੈਨ ਉਸ ਤੋਂ ਬਾਅਦ ਕੈਵਿਟੀਜ਼ ਦੇ ਵਿੱਚ ਜਾਂਦਾ ਸੋ ਉਹਦੇ ਵਿੱਚ ਕੈਵਿਟੀਜ਼ ਦੇ ਵਿੱਚ ਜਦੋਂ ਮਟੀਰੀਅਲ ਚਲਾ ਜਾਂਦਾ ਸਾਡੀ ਕਿੰਨੇ ਕੈਵਿਟੀ ਦਾ ਮੋਲਡ ਆ 2 ਆ 4 ਆ 8 ਆ 16 ਜਿੰਨੇ ਵੀ ਕੈਵਿਟੀ ਦਾ ਸਾਡੇ ਦਾ ਮੋਲਡ ਹੈਗਾ ਉਹਦੇ ਅੰਦਰ ਕੰਪੋਨੈਂਟਸ ਮਟੀਰੀਅਲ ਚਲਾ ਜਾਂਦਾ ਔਰ ਦੈਨ ਕੰਪੋਨੈਂਟ ਅੰਦਰ ਫਾਰਮ ਹੁੰਦੇ ਨੇ ਸੋਲਿਡੀਫਾਈ ਹੁੰਦੇ ਨੇ ਵਿਦ ਦਾ ਹੈਲਪ ਆਫ ਅਸੀਂ ਕੂਲਿੰਗ ਮੀਡੀਅਮ ਯੂਜ਼ ਕਰਦੇ ਹਾਂ ਇੰਜੈਕਸ਼ਨ ਮੋਲਡ ਦੇ ਅੰਦਰ ਅਤੇ ਕੰਪੋਨੈਂਟ ਸੋਲਿਡੀਫਾਈ ਹੋ ਕੇ ਮੋਲਡ ਓਪਨ ਹੁੰਦਾ ਤਾਂ ਕੰਪੋਨੈਂਟ ਸਾਡੇ ਬਾਹਰ ਆ ਜਾਂਦੇ ਆ ਸੋ ਟਾਈਪ ਆਫ ਪ੍ਰੋਡਕਟਸ ਇਹਦੇ ਵਿੱਚ ਜਿਹੜੇ ਯੂਜ਼ ਹੁੰਦੀ ਆ ਸਪੂਲਸ ਬੋਬਿਨ ਬੋਟਲ ਕੈਪਸ ਆਟੋਮੋਟਿਵ ਪਾਰਟਸ ਜੈਮ ਕਲਿਪਸ ਸੋ ਇਹ ਸਾਰੇ ਜਿਹੜੇ ਪ੍ਰੋਡਕਟਸ ਆ ਬਹੁਤ ਸਾਰੇ ਇਹਦੇ ਵਿੱਚ ਸਾਡੇ ਘਰ ਹੋਮ ਅਪਲਾਇੰਸਿਸ ਜਿਹੜੇ ਆ ਵਾਸ਼ਿੰਗ ਮਸ਼ੀਨ ਫਰਿੱਜ ਉਸ ਤੋਂ ਬਾਅਦ ਸਾਡੇ ਜਿਹੜੇ ਆਟੋਮੋਬਾਈਲ ਦੇ ਵਿੱਚ ਮਡਗਾਰਡ ਵਗੈਰਾ ਯੂਜ਼ ਹੁੰਦੇ ਆ ਹੈ ਨਾ ਕਾਫੀ ਜ਼ਿਆਦਾ ਗੱਡੀਆਂ ਦੇ ਵਿੱਚ ਵੀ ਸਾਰੇ ਪਾਰਟਸ ਜਿਹੜੇ ਆ ਇੱਦਾਂ ਹੀ ਇੰਜੈਕਸ਼ਨ ਮੋਲਡਡ ਹੀ ਮੈਕਸਿਮਮ ਯੂਜ਼ ਹੁੰਦੇ ਆ ਸੋ ਟਾਈਪ ਆਫ ਇੰਜੈਕਸ਼ਨ ਮੋਲਡਿੰਗ हैंड इंजेक्शन मोल्डिंग ओके सेमी ऑटोमैटिक प्लंजर टाइप इंजेक्शन मोल्डिंग प्लंजर टाइप मतलब कि बैरल दे विच जिहड़ी बैरल मैं तुहानूं दसी हैगी दिस वन है जिहड़ी बैरल है इहदे विच प्लंजर यूज़ हो रहा होगा इंस्टैड ऑफ स्क्रू सो नैक्सट जिहड़ी आ जाती है हैगी फुली ऑटोमैटिक स्क्रू टाइप इंजेक्शन मोल्डिंग मशीन दैन हैगी एडवांस्ड इंजेक्शन मोल्डिंग मशीन सो अगर आप हैंड की गल करिए सो वर्टिकल मशीन कंसिस्ट ऑफ बैरल वर्टिकल मतलब इस करके कि यदि बैरल तो यदि जो स्क्रू है वर्टिकल पोजीशन के विच है ओके सो तुसी देख सकते हो कि यह जी बैरल हैगी है यह जो हैंडल लग्या हुआ जिते 3 साडा 120 डिग्री ते लगे हुए हैं सो इन हैंडल नूं असीं जदों नीचे नूं पुश करते हैं तो जोड़ा साडा प्लंजर हैगा वो बैरल दे विच नीचे नूं पुश होंदा मटीरियल जोड़ा हैगा उहदे उपर पै जांदा बिटवीन बैरल एंड स्क्रू प्लंजर दे विच साडा मटीरियल होएगा साइड ते हीटर लग्या होया हीटर जोड़ा हैगा मटीरियल नूं मैल्ट कर दिंदा और जदों असीं पुश करते हैं नीचे नूं हैंडल तो ते थल्ले जोड़ा हैगा थल्ले नोजल लगी हुंदी है तो मटीरियल साडा उहदे चों निकल के ਇਹਦੇ ਵਿੱਚ ਮੋਲਡ ਇਹਨਾਂ ਨੇ ਦਿਖਾਇਆ ਨਹੀਂ ਹੋਇਆ ਨੀਚੇ ਸਾਡੇ ਮੋਲਡ ਵੀ ਹੁੰਦਾ ਸੋ ਜਿਹੜਾ ਸਾਡਾ ਇਹ ਜਿਹੜਾ ਵਰਟੀਕਲ ਹੈਂਡਲ ਹੈ ਜਾਂ ਹੋਰੀਜ਼ੋਨਟਲ ਹੈਂਡਲ ਹੈ ਇਹਦੇ ਅੱਗੇ ਇੱਕ ਮੋਲਡ ਲੱਗਿਆ ਹੋਏਗਾ ਸੋ ਮੋਲਡ ਦੇ ਵਿੱਚ ਮਟੀਰੀਅਲ ਜਿਹੜਾ ਹੈ ਪੁਸ਼ ਹੋ ਜਾਂਦਾ ਅੰਦਰ ਚਲਾ ਜਾਂਦਾ ਸੋ ਦੈਨ ਉਸ ਤੋਂ ਬਾਅਦ ਕੰਪੋਨੈਂਟਸ ਜਿਹੜੇ ਹੈਗੇ ਆ ਉਹ ਤਿਆਰ ਹੋ ਜਾਂਦੇ ਆ ਜਿੱਦਾਂ ਵੀ ਅਸੀਂ ਇਹਦੇ ਵਿੱਚ ਜ਼ਿਆਦਾਤਰ ਸਿੰਗਲ ਕੈਵਿਟੀ ਹੀ ਇਹਦੇ 'ਚ ਰੱਖੀ ਜਾਂਦੀ ਹੈ ਬਟ ज़्यादा प्रोडक्शन वास्ते आपां नूं यूज़ नहीं करते सिंपल जिहा हुंदा अगर सानूं छोटे छोटे पार्ट्स चाहिए है तो ज़्यादा बड़े आर्टिकल्स इहदे विच तैयार नहीं हो सकते सैमी ऑटोमैटिक प्लंजर टाइप इंजैक्शन मोल्डिंग की गल करिए तो इहदे विच इहदा साइज़ जिहड़ा हैगा वड्डा हुंदा इहदे विच जिहड़ी बैरल ते प्लंजर भी लगा होएगा वो भी होरिजोनटल पोजीशन दे विच है यह तुसीं देख सकते हो ते यह होपर हैगा जिहदे विच असीं मटीरियल नूं ग्रैनुलर फार्म दाणेदार की फार्म के इत्थे पा देंगे मटीरियल जोड़ा है ये चला जाता बैरल के फिर प्लंजर पुश करता मटीरियल नूं ते मोल्ड के इंजैक्ट कर दिंदा ठीक है इस तरह के कुछ प्रोडक्ट्स जोड़े है ये तैयार हो जाते हैं फुली ऑटोमैटिक इंजैक्शन मोल्ड की गल करिए स्क्रू टाइप तो ये भी सेम यही होपर के असी मटीरियल नूं पा देंगे जो तुसीं देख रहे हो उपर नूं यह चीज़ इस तो बाद असी मटीरियल पाने तो बाद चला जाता बैरल के अंदर स्क्रू रेसिप्रोकेटिंग स्क्रू रोटेट करता रेसिप्रोकेटिंग स्क्रू का मतलब है कि स्क्रू रोटेट भी करेगा तो जो अगे प्रॉपर
ਉਹਦਾ ਚਾਰਜ ਜਿੰਨਾ ਸਾਨੂੰ ਰਿਕੁਆਇਰਡ ਚਾਹੀਦਾ ਸ਼ਾਟ ਜਦੋਂ ਤਿਆਰ ਹੋ ਜਾਂਦਾ ਤੇ ਦੈਨ ਸਕਰੂ ਜਿਹੜਾ ਹੈਗਾ ਅੱਗੇ ਪੁਸ਼ ਕਰੇਗਾ ਤੇ ਮਟੀਰੀਅਲ ਨੂੰ ਮੋਲਡ ਦੇ ਵਿੱਚ ਇੰਜੈਕਟ ਕਰ ਦੇਗਾ, ਤਾਂ ਕਰਕੇ ਇਹਨੂੰ ਆਪਾਂ ਇੰਜੈਕਸ਼ਨ ਮੋਲਡਿੰਗ ਬੋਲਦੇ ਹਾਂ, ਠੀਕ ਹੈ। ਇੰਜੈਕਟ ਕਰਦਾ ਪ੍ਰੈਸ਼ਰ ਦੇ ਨਾਲ। ਸੋ ਇਸ ਤਰ੍ਹਾਂ ਦੇ ਪ੍ਰੋਡਕਟਸ ਜਿਹੜੇ ਹੈਗੇ ਆ ਤਿਆਰ ਹੋ ਜਾਂਦੇ। ਐਡਵਾਂਸ ਇੰਜੈਕਸ਼ਨ ਮੋਲਡਿੰਗ ਦੀ ਗੱਲ ਕਰੀਏ ਤਾਂ ਮੋਲਡਿੰਗ ਮਸ਼ੀਨ ਜਿਹਦੇ ਵਿੱਚ PLC ਵਗੈਰਾ ਲੱਗੀ ਹੁੰਦੀ ਆ, ਸਰਵੋ ਮੋਟਰਸ ਲੱਗੀਆਂ ਹੁੰਦੀਆਂ ਨੇ ਔਰ ਕਾਫੀ ਐਕੂਰੇਸੀ ਦੇ ਵਿੱਚ ਪਾਰਟਸ ਜਿਹੜੇ ਹੈਗੇ ਵਿੱਚ ਤਿਆਰ ਹੋ ਜਾਂਦੇ। ਤਾਂ ਹਰ ਤਰ੍ਹਾਂ ਦਾ ਪਾਰਟ ਜਿੱਦਾਂ ਦੀ ਸਾਨੂੰ ਰਿਕੁਆਇਰਮੈਂਟ ਹੋਵੇ, ਪ੍ਰੋਸੈਸਿੰਗ ਪੈਰਾਮੀਟਰਸ ਬੜੇ ਕੰਟਰੋਲਡ ਰਹਿੰਦੇ ਆ ਔਰ ਸਾਨੂੰ ਤਿਆਰ ਹੋ ਜਾਂਦੀ। ਨੈਕਸਟ ਪ੍ਰੋਸੈਸ ਦੀ ਅਗਰ ਗੱਲ ਕਰੀਏ ਤਾਂ ਉਹ ਹੈ ਬਲੋ ਮੋਲਡਿੰਗ ਪ੍ਰੋਸੈਸ। ਇਹ ਵੀ ਸਾਡਾ ਬਹੁਤ ਜ਼ਿਆਦਾ ਪ੍ਰੋਸੈਸ ਯੂਜ਼ ਕੀਤਾ ਜਾਂਦਾ ਮੋਲਡਿੰਗ ਇੰਡਸਟਰੀ ਦੇ ਵਿੱਚ। ਇਹਦੀਆਂ ਐਪਲੀਕੇਸ਼ਨਸ ਛੋਟੀ ਜਿਹੜੀਆਂ ਫਾਰਮਾਸਿਊਟੀਕਲ ਬੋਟਲਸ ਹੁੰਦੀਆਂ ਨੇ ਉੱਥੋਂ ਲੈ ਕੇ ਵੱਡੇ ਕੰਟੇਨਰ ਜਿਹੜੇ ਤਿਆਰ ਕਰਨੇ ਹੁੰਦੇ ਆ, ਅਸੀਂ ਵੱਡੇ ਸਾਈਜ਼ ਦੀਆਂ ਟੈਂਕਸ ਜਿਹੜੇ ਆ ਆਪਾਂ ਤਿਆਰ ਕਰਦੇ ਹਾਂ ਫॉर ਸਟੋਰੇਜ ਪਰਪਸਿਸ। ਉਹ ਸਾਰੀਆਂ ਇਹਦੀਆਂ ਐਪਲੀਕੇਸ਼ਨਸ ਆ ਜਾਂਦੀਆਂ ਨੇ। ਇਹਦੇ ਵਿੱਚ 2-3 ਚੀਜ਼ਾਂ ਸਮਝਣ ਦੀ ਲੋੜ ਆ। ਇੱਕ ਤਾਂ ਹੈ ਕਿ ਪੈਰਿਸਨ ਇੱਕ ਟਿਊਬ ਹੈ ਜਿਹੜੀ ਕਿ ਫਾਰਮ ਕੀਤੀ ਜਾਂਦੀ ਆ ਮੈਲਟਡ। ਆਪਾਂ ਪਲਾਸਟਿਕ ਨੂੰ ਮੈਲਟ ਕਰਦੇ ਹਾਂ, ਮੈਲਟ ਕਰਨ ਤੋਂ ਬਾਅਦ ਥਰੂ ਐਕਸਟਰੂਜਨ ਪ੍ਰੋਸੈਸ 'ਤੇ ਇੱਕ ਟਿਊਬ ਫਾਰਮ ਹੁੰਦੀ ਹੈ ਜਿਹਨੂੰ ਆਪਾਂ ਪੈਰਿਸਨ ਦਾ ਨਾਮ ਦਿੰਦੇ ਹਾਂ। ਪੈਰਿਸਨ ਦੇ ਅੰਦਰ ਮੈਂਡਰਲ ਵਰਕ ਕਰਦਾ, ਜਿਹੜੀ ਕਿ ਇੱਕ ਬਲੋਇੰਗ ਪਿੰਨ ਵੀ ਇੱਕ ਤਰ੍ਹਾਂ ਦੀ ਆਪਾਂ ਨੂੰ ਬੋਲ ਸਕਦੇ, ਇੱਕ ਪਿੰਨ ਦੀ ਤਰ੍ਹਾਂ ਹੁੰਦੀ ਹੈ, ਕਾਫੀ ਥੋੜੀ ਵੱਡੇ ਸਾਈਜ਼ ਦੀ ਪਿੰਨ ਹੁੰਦੀ ਹੈ ਜਿਹਦੇ ਵਿੱਚ ਹੋਲਸ ਹੁੰਦੇ ਛੋਟੇ ਜਿਹਦੇ ਥਰੂ ਹੌਟ ਏਅਰ ਪ੍ਰੈਸ਼ਰ ਦੇ ਨਾਲ ਨਿਕਲਦੀ ਆ। ਅਤੇ ਉਹ ਜਦੋਂ ਪੈਰਿਸਨ ਦੇ ਅੰਦਰੋਂ ਹਵਾ ਨੂੰ ਪੁਸ਼ ਕੀਤਾ ਜਾਂਦਾ ਅਤੇ ਸਾਡੇ ਮੋਲਡ ਜਿਹੜਾ ਕਿ ਬੋਟਲ ਦੀ ਸ਼ੇਪ ਦਾ ਸਪੋਜ਼ ਕਰੋ ਮੋਲਡ ਆ, ਉਸ ਤਰ੍ਹਾਂ ਦਾ ਮੋਲਡ ਹੋਣਾ। ਸਪਲਿਟ ਮੋਲਡ ਇੱਕ ਤਰ੍ਹਾਂ ਦਾ ਹੁੰਦਾ, ਇਸ ਤਰ੍ਹਾਂ ਦਾ ਜਿੱਦਾਂ ਦੀ ਸਾਨੂੰ ਸ਼ੇਪ ਚਾਹੀਦੀ ਹੈ, ਤੁਸੀਂ ਦੇਖ ਸਕਦੇ ਹੋ। ਉਹਦੇ ਅੰਦਰ ਉਹਨੂੰ ਜਦੋਂ ਪੁਸ਼ ਮਿਲਦਾ ਹੌਟ ਏਅਰ ਦਾ, ਤਾਂ ਜਿਹੜੀ ਪੈਰਿਸਨ ਹੁੰਦਾ ਇਨਫਲੇਟ ਕਰਕੇ ਉਹ ਵਾਲਸ ਦੇ ਨਾਲ ਸਟਿਕ ਕਰ ਲੈਂਦੀ ਹੈ, ਵਾਲਸ ਨਾਲ ਉਹਨੂੰ ਉਹ ਚਿਪਕ ਜਾਂਦੀ ਹੈ, ਜਿਹਦੇ ਨਾਲ ਸਾਡਾ ਜਿਹੜਾ ਸਾਡਾ ਪ੍ਰੋਡਕਟ ਆ ਉਹ ਤਿਆਰ ਹੋ ਜਾਂਦਾ, ਠੀਕ ਹੈ। ਸੋ ਇਹ ਜਿਹੜਾ ਪ੍ਰੋਸੈਸ ਹੈਗਾ ਮੋਸਟ ਅੱਜ ਕੱਲ੍ਹ ਵਾਈਡਲੀ ਯੂਜ਼ ਕੀਤਾ ਜਾਂਦਾ। ਜਿੰਨੇ ਵੀ ਸਾਡੇ ਪ੍ਰੋਡਕਟਸ ਹੈ ਹੋਲੋ ਸ਼ੇਪ ਦੇ, ਛੋਟੇ ਤੋਂ ਛੋਟੇ ਲੈ ਕੇ ਵੱਡੇ ਜਿਹੜੇ ਅਸੀਂ ਕੰਟੇਨਰਸ ਯੂਜ਼ ਕਰਦੇ ਹਾਂ ਜਾਂ ਫॉर ਸਟੋਰੇਜ ਪਰਪਸਿਸ ਵਾਸਤੇ ਆਪਾਂ ਟੈਂਕ ਯੂਜ਼ ਕਰਦੇ ਹਾਂ, ਬਹੁਤ ਸਾਰੀ ਇਹਦੀਆਂ ਐਪਲੀਕੇਸ਼ਨਸ ਹੈਗੀਆਂ ਨੇ। 3 ਟਾਈਪ ਦੇ ਮੇਨਲੀ ਕਲਾਸੀਫਾਈ ਕੀਤਾ ਗਿਆ: ਐਕਸਟਰੂਜਨ ਬਲੋ ਮੋਲਡਿੰਗ, ਇੰਜੈਕਸ਼ਨ ਬਲੋ ਮੋਲਡਿੰਗ ਐਂਡ ਸਟ੍ਰੈਚ ਬਲੋ ਮੋਲਡਿੰਗ। ਐਕਸਟਰੂਜਨ ਬਲੋ ਮੋਲਡਿੰਗ ਦੇ ਵਿੱਚ ਐਕਸਟਰੂਡਰ ਯੂਜ਼ ਹੁੰਦਾ ਜਿਹੜਾ ਕਿ ਪੈਰਿਸਨ ਕ੍ਰੀਏਟ ਕਰਦਾ। ਵੱਡੇ ਸਾਈਜ਼ ਦੇ ਜਦੋਂ ਸਾਨੂੰ ਆਰਟੀਕਲ ਬਲੋ ਮੋਲਡਡ ਇਸ ਤਰ੍ਹਾਂ ਦੇ ਕੰਟੇਨਰ ਜਿਹੜੇ ਤੁਸੀਂ ਪ੍ਰੋਡਕਟਸ ਦੇਖ ਰਹੇ ਹੋ ਨਾ, ਜਦੋਂ ਚਾਹੀਦੇ ਹੁੰਦੇ ਆ ਤਾਂ ਉਹਦੇ ਵਾਸਤੇ ਆਪਾਂ ਐਕਸਟਰੂਜਨ ਬਲੋ ਮੋਲਡਿੰਗ ਪ੍ਰੋਸੈਸ ਯੂਜ਼ ਕਰਦੇ ਹਾਂ। ਛੋਟੀ ਫਾਰਮਾਸਿਊਟੀਕਲ ਬੋਟਲਸ ਚਾਹੀਦੀਆਂ ਹੁੰਦੀਆਂ ਅਤੇ ਅਸੀਂ ਇੰਜੈਕਸ਼ਨ ਬਲੋ ਮੋਲਡਿੰਗ ਪ੍ਰੋਸੈਸ ਯੂਜ਼ ਕਰਦੇ ਹਾਂ। ਇਸ ਪ੍ਰੋਸੈਸ ਦੇ ਵਿੱਚ ਉਹਦੇ ਨਾਲੋਂ ਇਹ ਡਿਫਰੈਂਸ ਹੈ ਕਿ ਇਹਦੇ ਵਿੱਚ ਪਹਿਲਾਂ ਅਸੀਂ ਇੰਜੈਕਸ਼ਨ ਬਲੋ ਮੋਲਡ ਮੀਨਸ ਪਹਿਲਾਂ ਆਪਾਂ ਇਹਦੇ ਵਿੱਚ ਪ੍ਰੀ ਫਾਰਮ ਹੁੰਦਾ, ਇੱਕ ਟਰਮ ਹੁੰਦੀ ਹੈ ਪ੍ਰੀ ਫਾਰਮ ਇੱਕ ਤਰ੍ਹਾਂ ਦਾ ਕਹਿ ਸਕਦੇ ਹੋ ਕਿ ਇੱਕ ਜਿਸ ਤਰ੍ਹਾਂ ਦਾ ਸਾਨੂੰ ਆਰਟੀਕਲ ਚਾਹੀਦਾ ਉਸ ਤਰ੍ਹਾਂ ਦਾ ਇੱਕ ਛੋਟਾ ਜਿਹਾ ਪ੍ਰੀ ਫਾਰਮ ਅਸੀਂ ਤਿਆਰ ਕਰ ਲੈਂਦੇ ਹਾਂ। ਤੁਸੀਂ ਨੈੱਟ ਦੇਖ ਸਕਦੇ ਹੋ ਪ੍ਰੀ ਫਾਰਮ ਦੀ ਕਿੱਦਾਂ ਦੀ ਸ਼ੇਪ ਹੁੰਦੀ ਹੈ ਕਿਸੇ ਵੀ ਆਰਟੀਕਲ ਦੀ। ਸੋ ਪ੍ਰੀ ਫਾਰਮ ਤਿਆਰ ਕਰਕੇ ਅਸੀਂ ਇੰਜੈਕਸ਼ਨ ਤੋਂ ਬਾਅਦ ਅਸੀਂ ਇਹਦੇ ਵਿੱਚ ਮੋਲਡ ਦੇ ਵਿੱਚ ਰੱਖਦੇ ਹਾਂ ਔਰ ਦੈਨ ਅਸੀਂ ਇਹਦੇ ਵਿੱਚ ਇਨਫਲੇਸ਼ਨ ਕਰਦੇ ਹਾਂ ਪੈਰਿਸਨ ਨੂੰ ਜਾਂ ਪ੍ਰੀ ਫਾਰਮ ਨੂੰ ਇਨਫਲੇਟ ਕਰਦੇ ਹਾਂ ਅਤੇ ਸਾਡੇ ਪ੍ਰੋਡਕਟ ਦੀ ਸ਼ੇਪ ਲੈ ਲੈਂਦਾ। ਛੋਟੀਆਂ ਸਾਈਜ਼ ਦੀ ਬੋਟਲਸ ਜਦੋਂ ਅਸੀਂ ਤਿਆਰ ਕਰਨੀਆਂ ਹੁੰਦੀਆਂ, ਪ੍ਰੋਡਕਟਸ ਤਿਆਰ ਕਰਨੇ ਹੁੰਦੇ ਨੇ, ਫਿਰ ਆਪਾਂ ਇੰਜੈਕਸ਼ਨ ਦਾ ਯੂਜ਼ ਕਰਨੇ। ਵੱਡੇ ਵਾਸਤੇ ਆਪਾਂ ਐਕਸਟਰੂਜਨ ਯੂਜ਼ ਕਰਦੇ। ਸੋ ਇਹਦੇ ਵਿੱਚ ਐਕਸਟਰੂਡਰ ਮਸ਼ੀਨ ਦਾ ਯੂਜ਼ ਹੁੰਦਾ, ਇਹਦੇ ਵਿੱਚ ਇੰਜੈਕਸ਼ਨ ਦਾ ਯੂਜ਼ ਹੁੰਦਾ। So an extruded plastic tube of heated thermoplastic. So heated thermoplastic ਦੀ ਇੱਕ ਟਿਊਬ ਹੁੰਦੀ ਹੈ ਜਿਹਨੂੰ ਆਪਾਂ ਪੈਰਿਸਨ ਬੋਲਦੇ ਹਾਂ। ਜਿਵੇਂ ਮੈਂ ਦੱਸਿਆ ਕਿ ਬਲੋ ਮੋਲਡਿੰਗ ਇਜ਼ ਪੋਜੀਸ਼ਨ ਬਿਟਵੀਨ 2 halves of the open split mold, ਠੀਕ ਹੈ, ਜਿੱਦਾਂ ਦਾ ਸਾਨੂੰ ਪ੍ਰੋਡਕਟ ਦੀ ਸ਼ੇਪ ਚਾਹੀਦੀ ਹੈ। ਐਂਡ ਇਨਫਲੇਟਡ ਅਗੇਂਸਟ ਦ ਸਾਈਡ ਆਫ ਕਲੋਜ਼ ਮੋਲਡ ਯੂਜ਼ਿੰਗ ਏਅਰ ਪ੍ਰੈਸ਼ਰ ਦੇ ਨਾਲ ਜਦੋਂ ਇਹਦੇ ਅੰਦਰ ਇਨਫਲੇਸ਼ਨ ਕਰਦੀ ਹੈ ਤਾਂ ਸਾਡੇ ਪ੍ਰੋਡਕਟ ਤਿਆਰ ਹੋ ਜਾਂਦੇ ਆ। ਬੋਟਲਸ, ਕੰਟੇਨਰਸ, ਏਅਰ ਡਕਟਸ, ਪੈਨਲਸ, ਪੋਰਟੇਬਲ ਟੋਇਲਟਸ, ਆਰਮ ਰੈਸਟ ਟੈਂਕਸ, ਗੈਸ ਟੈਂਕਸ, ਕੁਛ ਇਹਦੀਆਂ ਐਪਲੀਕੇਸ਼ਨਸ ਹੈਗੀਆਂ। ਟਾਈਪ ਆਫ ਬਲੋ ਮੋਲਡਿੰਗ ਗੱਲ ਕਰੀਏ, ਐਕਸਟਰੂਜਨ ਬਲੋ ਮੋਲਡਿੰਗ, ਇੰਜੈਕਸ਼ਨ ਬਲੋ ਮੋਲਡਿੰਗ, ਸਟ੍ਰੈਚ ਬਲੋ ਮੋਲਡਿੰਗ। ਐਕਸਟਰੂਜਨ ਦੇ ਵਿੱਚ ਇਨ ਐਕਸਟਰੂਜਨ ਬਲੋ ਮੋਲਡਿੰਗ EBM ਪ੍ਰੋਸੈਸ ਇਜ਼ ਮੈਲਟ ਐਂਡ ਐਕਸਟਰੂਡਰ ਥਰੂ ਹੋਲੋ ਟਿਊਬ ਪੈਰਿਸਨ। ਓਕੇ, ਪੈਰਿਸਨ ਜਿਹੜਾ ਮੈਂ ਦੱਸਿਆ ਕਿ ਇਹ ਟਰਮ ਹੈਗੀ ਇਹਨੂੰ ਨੋਟ ਕਰ ਲਓ। ਸੋ ਪੈਰਿਸਨ ਐਕਸਟਰੂਡਰ ਤਿਆਰ ਕਰਦਾ ਤਾਂ ਪੈਰਿਸਨ ਇਜ਼ ਦੈਨ ਕੈਪਚਰਡ ਬਾਈ ਕਲੋਜ਼ਿੰਗ ਦਾ ਕੂਲਡ ਮੈਟਲ ਮੋਲਡ। ਓਕੇ, ਠੰਡਾ ਮੋਲਡ ਜਿਹੜਾ ਹੈਗਾ ਉਹ ਪੈਰਿਸਨ ਨੂੰ ਕੈਪਚਰ ਕਰ ਲੈਂਦਾ ਐਂਡ ਦੈਨ ਉਹਦੇ ਅੰਦਰ ਜਿਹੜਾ ਹੈਗਾ ਬਲੋਇੰਗ ਪਿੰਨ ਜਾਂ ਮੈਂਡਰਲ ਜਿਹੜੀ ਹੈਗੀ ਉਹ
जाके इनफ्लेट करती है, अंदरों गर्म हवा का प्रैशर मारती है, तो जी सानू हालो बॉटल कंटेनर और पार्ट जोड़ा है फॉर्म हो जाता। आफ्टर द प्लास्टिक हैज़ कूल्ड सफिशेंटली द मोल्ड इज़ ओपन एंड द पार्ट इज़ इजैक्टेड। दैन आप अगर गल करिए इंजैक्शन ब्लो मोल्ड, द प्रोसैस ऑफ इंजैक्शन ब्लो मोल्ड इज़ यूज फॉर प्रोडक्शन ऑफ हालो ग्लासिस एंड प्लास्टिक ऑब्जैक्ट इन लार्ज क्वांटिटी। छोटे छोटे प्रोडक्ट्स लार्ज क्वांटिटी के द ब्लो मोल्डिंग process begins with melting down the plastic and forming it into the parison, or in the case of injection the parison is tube like piece of plastic with hole in one end and through which the compressed air can pass। okay, छोटी छोटियां मैं दसिया कि प्री फॉर्म्स एक छोटी छोटी ट्यूब्स ਜਿਹੜੀਆਂ ਹੈਗੀਆਂ ਇੱਕ ਪਾਸੋਂ ਓਪਨ ਦੂਜੇ ਪਾਸੋਂ ਕਲੋਜ਼ ਹੁੰਦੀਆਂ ਨੇ, ਜਿਹਦੇ ਵਿੱਚ ਦੈਨ ਪੁਸ਼ ਕੀਤਾ ਜਾਂਦਾ ਤੇ ਉਹ ਬੋਟਲਸ ਜਿਹੜੀਆਂ ਤਿਆਰ ਹੋ ਜਾਂਦੀਆਂ। ਇਦਾਂ ਦੇ ਪ੍ਰੋਡਕਟਸ ਜਿਹੜੇ ਹੈਗੇ ਕੋਈ ਇੰਜੈਕਸ਼ਨ ਬਲੋ ਮੋਲਡਡ ਪ੍ਰੋਡਕਟਸ ਹੁੰਦੇ ਨੇ, ਦੇਖ ਸਕਦੇ ਹੋ ਤੁਸੀਂ। ਸੋ ਸਟ੍ਰੈਚ ਬਲੋ ਮੋਲਡਿੰਗ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਕਰਨੇ ਆ, ਅਸੀਂ ਪ੍ਰੀ ਫਾਰਮ ਤਿਆਰ ਕਰਦੇ ਹਾਂ। ਪ੍ਰੀ ਫਾਰਮ ਤਿਆਰ ਕਰਨ ਤੋਂ ਬਾਅਦ ਜਿਹੜੀ ਇੱਕ ਇਹਦੇ ਵਿੱਚ ਸਟ੍ਰੈਚ ਰੋਡ ਵਰਕ ਕਰਦੀ ਹੈ। ਸਟ੍ਰੈਚ ਰੋਡ ਦਾ ਮਤਲਬ ਹੁੰਦਾ ਕਿ ਉਹਨੇ ਪਲਾਸਟਿਕ ਨੂੰ ਪਹਿਲੇ ਖਿੱਚ ਕੇ ਆਪਾਂ ਕਹਿ ਸਕਦੇ ਹੋ ਕਿ ਕੰਬੀਨੇਸ਼ਨ ਹੈ ਕਿ ਜਿਹਦੇ ਵਿੱਚ ਪ੍ਰੈਸ਼ਰ ਵੀ ਵਰਕ ਕਰ ਰਿਹਾ ਤੇ ਬਲੋਇੰਗ ਏਅਰ ਵੀ ਵਰਕ ਕਰ ਰਿਹਾ। ਸੋ ਸਭ ਤੋਂ ਪਹਿਲਾਂ ਜਿਹੜੀ ਸਟ੍ਰੈਚ ਰੋਡ ਹੁੰਦੀ ਹੈ ਉਹ ਪਲਾਸਟਿਕ ਨੂੰ ਪ੍ਰੀ ਫਾਰਮ ਨੂੰ ਖਿੱਚ ਕੇ ਨੀਚੇ ਤੱਕ ਲੈ ਕੇ ਜਾਂਦੀ ਹੈ, ਜਸਟ ਲਾਈਕ ਦਿਸ। ठीक है, introducing the preform into the mold and closing unit and inserting the stretching। so stretch किया जाता, stretch करने तो बाद जो stretch करना then उस तो बाद उसकी blowing करनी। ओके, सो कहने का मतलब कि जिस तरह आप पहला कली blowing ही करते ही with the help of air, असी with the help of stretch rod ਜਾਂ ਜਿਹਨੂੰ ਮੈਂਡਲ ਬੋਲ ਸਕਦੇ ਉਹਦੇ ਨਾਲ ਪਹਿਲਾਂ ਪੈਰਿਸਨ ਨੂੰ ਜਾਂ ਪ੍ਰੀ ਫਾਰਮ ਨੂੰ ਆਪਾਂ ਨੂੰ ਸਟ੍ਰੈਚ ਕਰਨਾ। ਸਟ੍ਰੈਚ ਕਰਨ ਤੋਂ ਬਾਅਦ ਦੈਨ ਆਪਾਂ ਉਹਦੀ ਬਲੋਇੰਗ ਕਰਨੀ, ਠੀਕ ਆ। ਦੈਨ ਉਸ ਤੋਂ ਬਾਅਦ ਆਰਟੀਕਲ ਤਿਆਰ ਹੋਣੇ। ਸੋ ਇਹਦਾ ਕੁਛ ਆਪਣਾ ਐਡਵਾਂਟੇਜ ਆ। ਸੋ ਇਨ ਦਾ ਸਟ੍ਰੈਚ ਬਲੋ ਮੋਲਡਿੰਗ ਪ੍ਰੋਸੈਸ ਦ ਪਲਾਸਟਿਕ ਇਜ਼ ਫਸਟ ਮੋਲਡਡ ਇਨਟੂ ਪ੍ਰੀਫਾਰਮ ਯੂਜ਼ਿੰਗ ਦ ਇੰਜੈਕਸ਼ਨ ਮੋਲਡਿੰਗ ਪ੍ਰੋਸੈਸ। ਦੈਨ performs are heated typically using infrared heaters above their glass transition temperature, then blown using the high pressure air into bottles using metal blow molds. The preform is always stretched with the core rods as a part of the process. In single stage process, both perform manufacture and bottles blowing and manufacture at the same time। so कई बार ਅਸੀਂ ਕੀ ਕਰਦੇ ਹਾਂ ਕਿ ਪ੍ਰੀਫਾਰਮ ਬਣਾ ਕੇ ਵੀ ਰੱਖ ਲੈਂਦੇ ਹਾਂ, ਅਸੀਂ ਪ੍ਰੀ ਫਾਰਮ ਤਿਆਰ ਕਰਕੇ ਰੱਖ ਲੈਂਦੇ ਹਾਂ ਔਰ ਜਦੋਂ ਵੀ ਸਾਨੂੰ ਰਿਕੁਆਇਰਮੈਂਟ ਹੁੰਦੀ ਆ ਅਸੀਂ ਉਸ ਤਰ੍ਹਾਂ ਦੇ ਫਿਰ ਬੋਟਲਸ ਫਟਾਫਟ ਕੁਆਂਟੀਟੀ ਦੇ ਵਿੱਚ ਅਸੀਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਾਂ। ਬਟ ਅਗਰ ਆਪਾਂ ਐਕਸਟਰੂਜਨ ਦੀ ਗੱਲ ਕਰੀਏ ਉਹਦੇ ਵਿੱਚ ਅਸੀਂ ਪ੍ਰੀ ਫਾਰਮ ਨਹੀਂ ਬਣਾ ਕੇ ਰੱਖ ਸਕਦੇ। ਐਕਸਟਰੂਜਨ ਇੱਕ ਕੰਟੀਨਿਊਸ ਐਕਸਟਰੂਜਨ ਬਲੋ ਮੋਲਡਿੰਗ ਕੰਟੀਨਿਊਸ ਪ੍ਰੋਸੈਸ ਹੈਗਾ, ਇਹਦੇ ਵਿੱਚ ਅਸੀਂ ਪਹਿਲਾਂ ਹੀ ਪ੍ਰੀ ਫਾਰਮ ਤਿਆਰ ਕਰਕੇ ਰੱਖ ਸਕਦੇ ਹਾਂ। ਸੋ ਇਹਦੇ ਵਿੱਚ ਪ੍ਰੀ ਫਾਰਮ ਤਿਆਰ ਕਰਕੇ ਤੋਂ ਬਾਅਦ ਉਹਨੂੰ ਪ੍ਰੀ ਹੀਟ ਵੀ ਕਰ ਸਕਦੇ ਹਾਂ। ਪ੍ਰੀ ਹੀਟ ਤੋਂ ਬਾਅਦ ਉਹਨੂੰ ਉਹਦੇ 'ਚੋਂ ਮੋਇਸਚਰ ਵਗੈਰਾ ਵੀ ਨਿਕਲ ਜਾਏਗਾ। ਸੋ ਇਸੇ ਤਰ੍ਹਾਂ ਫਿਰ ਆਪਾਂ ਉਹਨੂੰ ਸਟ੍ਰੈਚ ਕਰਦੇ ਹਾਂ। ਪਹਿਲਾਂ ਸਟ੍ਰੈਚ ਕਰਨ ਤੋਂ ਬਾਅਦ ਉਹਨੂੰ ਉਹਦੇ ਵਿੱਚ ਏਅਰ ਦਾ ਬਲੋ ਕਰਦੇ ਹਾਂ। ਦੈਨ ਜਿਹੜੀ ਆ ਸਾਨੂੰ ਸ਼ੇਪ ਹੈ ਉਸ ਤਰ੍ਹਾਂ ਦੀ ਜਿੱਦਾਂ ਦੀ ਸਾਨੂੰ ਰਿਕੁਆਇਰਡ ਚਾਹੀਦੀ ਹੈ ਉੱਦਾਂ ਦੀ ਸ਼ੇਪ ਜਿਹੜੀ ਹੈਗੀ ਡਿਪੈਂਡ ਅਪੋਨ ਕਿ ਸਾਡੇ ਕਿੱਦਾਂ ਦੀ ਡਾਈ ਯੂਜ਼ ਕਰ ਰਹੇ ਹਾਂ ਉਸ ਤਰ੍ਹਾਂ ਦੀ ਆ ਜਾਂਦੀ ਹੈ। ਨੈਕਸਟ ਅਗਰ ਆਪਾਂ ਪ੍ਰੋਸੈਸ ਦੀ ਗੱਲ ਕਰੀਏ ਤਾਂ ਉਹ ਹੈ ਐਕਸਟਰੂਜਨ ਪ੍ਰੋਸੈਸ। ਸੋ ਐਕਸਟਰੂਜਨ ਇੱਕ ਕੰਟੀਨਿਊਸ ਪ੍ਰੋਸੈਸ ਹੈਗਾ। ਸਾਡੀਆਂ ਪਾਈਪਸ ਜਿਹੜੀਆਂ ਤਿਆਰ ਹੁੰਦੀਆਂ ਨੇ ਜਾਂ ਸ਼ੀਟਸ ਤਿਆਰ ਹੁੰਦੀਆਂ ਉਹ ਐਕਸਟਰੂਜਨ ਪ੍ਰੋਸੈਸ ਦੇ ਨਾਲ ਹੁੰਦੀਆਂ। ਸੋ ਇਟ ਇਜ਼ ਦਾ ਕੰਟੀਨਿਊਸ ਪ੍ਰੋਸੈਸ। ਓਕੇ, ਥਰਮੋਪਲਾਸਟਿਕ ਮੋਲਡਿੰਗ ਕੰਪਾਊਂਡ ਮਟੀਰੀਅਲ ਇਜ਼ ਫੈਡ ਫਰਮ ਦਾ ਥਰਮੋਪਲਾਸਟਿਕ ਮੋਲਡਿੰਗ ਕੰਪਾਊਂਡ ਔਰ ਮਟੀਰੀਅਲ। ਠੀਕ ਆ, ਕੰਪਾਊਂਡ ਮਤਲਬ ਤੁਸੀਂ ਉਹਦੇ ਵਿੱਚ ਫਿਲਰਸ ਐਡੈਟਿਵ ਜੋ ਵੀ ਤੁਸੀਂ ਐਡ ਕਰਨਾ ਉਹ ਪਾ ਕੇ ਮਟੀਰੀਅਲ ਇਜ਼ ਫੀਡ ਫਰਮ ਦਾ ਹੋਪਰ ਟੂ ਸਕਰੂ ਪੰਪ। It is to plasticide then pumped through the shaped die to achieve the desired cross section। films, pipes, strapping sheets, multi-layer films, profiles etc ਦੀਆਂ ਐਪਲੀਕੇਸ਼ਨਸ ਹੁੰਦੀਆਂ ਨੇ। ਸੋ ਇਹ ਵੀ ਇੱਕ ਇੰਜੈਕਸ਼ਨ ਮੋਲਡਿੰਗ ਮਸ਼ੀਨ ਦੇ ਨਾਲ ਕਾਫੀ ਸਿਮਿਲਰ ਹੁੰਦਾ, ਬਟ ਇਹਦੇ ਵਿੱਚ ਜਿੱਦਾਂ ਰੈਸੀਪਰੋਕੇਟਿੰਗ ਸਕਰੂ ਲੱਗਿਆ ਹੁੰਦਾ ਇਹਦੇ ਵਿੱਚ ਸਕਰੂ ਰੈਸੀਪਰੋਕੇਟ ਨਹੀਂ ਕਰਦਾ, ਇੱਕ ਜਗ੍ਹਾ ਸਟਿਲ ਰਹਿ ਕੇ ਰੋਟੇਟ ਕਰਦਾ ਔਰ ਰੋਟੇਟ ਕਰਨ ਤੋਂ ਬਾਅਦ ਜਿੱਦਾਂ ਵੀ ਡਾਈ ਅੱਗੇ ਲੱਗੀ ਹੋਏਗੀ ਉੱਦਾਂ ਦੀ ਸ਼ੇਪ ਜਿਹੜੀ ਹੈ ਕੱਢ ਦਿੰਦਾ। ਠੀਕ ਹੈ, ਔਰ ਇਹਦੇ ਵਿੱਚ ਵੀ ਬੈਰਲ ਹੀਟਰਸ ਸਕਰੂ ਸੇਮ ਤਰ੍ਹਾਂ ਹੁੰਦੇ ਆ ਜਿਵੇਂ ਇੰਜੈਕਸ਼ਨ ਮੋਲਡਿੰਗ ਦੇ ਵਿੱਚ ਹੁੰਦੇ ਆ। ਅਤੇ ਇਸ ਤਰ੍ਹਾਂ ਦੀ ਪ੍ਰੋਫਾਈਲਸ ਬੋਟਲਸ ਦੇਖੋ ਤੁਸੀਂ ਦੇਖ ਸਕਦੇ ਹੋ ਪ੍ਰੋਡਕਟ ਦੀਆਂ ਐਪਲੀਕੇਸ਼ਨਸ ਦੇ ਵਿੱਚ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਉਹ ਹੈ ਕੰਪਰੈਸ਼ਨ ਮੋਲਡਿੰਗ। ਕੰਪਰੈਸ਼ਨ ਜਿਵੇਂ ਕਿ ਨਾਮ ਤੋਂ ਤੁਹਾਨੂੰ ਲੱਗ ਰਿਹਾ ਕਿ ਕੰਪਰੈਸ ਕਰਨਾ, ਇਹਦੇ ਵਿੱਚ ਅਸੀਂ ਵਿਦ ਦਾ ਹੈਲਪ ਆਫ ਹੀਟ ਐਂਡ ਪ੍ਰੈਸ਼ਰ ਅਸੀਂ ਕੰਪੋਨੈਂਟ ਨੂੰ ਫਾਰਮ ਕਰਦੇ ਹਾਂ। ਇਹਦੇ ਵਿੱਚ ਇੰਜੈਕਸ਼ਨ ਮੋਲਡਿੰਗ ਦੀ ਤਰ੍ਹਾਂ ਅਸੀਂ ਇੰਜੈਕਟ ਨਹੀਂ ਕਰਦੇ। ਯੂਜ਼ਲੀ ਸਾਡੇ ਕੰਪਰੈਸ਼ਨ ਮੋਲਡਸ ਜਿਹੜੇ ਹੁੰਦੇ ਨੇ ਉਹ ਵਰਟੀਕਲ ਪੋਜੀਸ਼ਨ ਦੇ ਵਿੱਚ ਹੁੰਦੇ ਆ ਔਰ ਮਟੀਰੀਅਲ ਨੂੰ ਅਸੀਂ
ਪਾਊਡਰ ਫਾਰਮ ਦੇ ਵਿੱਚ ਜਾਂ ਪ੍ਰੀ ਫਾਰਮ ਤਿਆਰ ਕਰਕੇ ਅਸੀਂ ਉਹਨੂੰ ਕੈਵਿਟੀ ਦੇ ਵਿੱਚ ਰੱਖ ਦਿੰਦੇ ਹਾਂ। ਉਸ ਤੋਂ ਬਾਅਦ ਹੀਟਿੰਗ ਆਪਣਾ ਕੰਮ ਕਰਦੀ ਹੈ ਔਰ ਪ੍ਰੈਸ਼ਰ ਜਿਹੜਾ ਹੈਗਾ ਉੱਪਰੋਂ ਕੋਰ ਵੱਲੋਂ ਆਉਂਦਾ, ਕੈਵਿਟੀ ਦੇ ਵਿੱਚ ਰੱਖਣ ਨਾਲ ਕੋਰ ਪ੍ਰੈਸ਼ਰ ਪਾਉਂਦਾ ਔਰ ਹੀਟਰਸ ਆਪਣਾ ਕੰਮ ਕਰਦੇ। ਵਿਦ ਹੈਲਪ ਆਫ ਹੀਟ ਐਂਡ ਪ੍ਰੈਸ਼ਰ ਥਰਮੋਸੈਟ ਪਲਾਸਟਿਕ ਮਟੀਰੀਅਲਸ ਜਿਹੜਾ ਕਿ ਇਹਦੇ 'ਚ ਯੂਜ਼ ਕੀਤਾ ਜਾਂਦਾ, ਕੰਪੋਨੈਂਟ ਸਾਡੇ ਸੋਲਿਡੀਫਾਈ ਹੋ ਜਾਂਦੇ। ਟਾਈਪਸ ਆਫ ਪ੍ਰੋਡਕਟਸ ਕਾਫੀ ਹਾਰਡ ਰਹਿੰਦੇ ਆ ਔਰ ਇਲੈਕਟ੍ਰੀਕਲ ਜਿਹੜੇ ਪਾਰਟਸ ਹੁੰਦੇ ਨੇ ਯੂਜ਼ਲੀ ਆਪਾਂ ਇਹਦੇ ਵਿੱਚ ਆਪਾਂ ਫਾਰਮ ਕਰਦੇ ਹਾਂ। ਸੋ ਟਾਈਪ ਆਫ ਪ੍ਰੋਡਕਟਸ ਪਲੱਗ, ਸੌਕਟਸ, ਹੈਂਡਲ, ਇੰਜਨ ਕਾਸਟਿੰਗ, ਸਵਿਚਸ, ਇਹ ਸਾਰੇ ਜਿਹੜੇ ਪ੍ਰੋਡਕਟਸ ਅਸੀਂ ਤਿਆਰ ਕਰ ਸਕਦੇ ਹਾਂ। ਥਰਮੋਸੈਟ ਕੰਪਾਊਂਡ ਯੂਜ਼ਲੀ ਪ੍ਰੀ ਫਾਰਮਡ ਇਜ਼ ਪੋਜੀਸ਼ਨਡ ਇਨ ਹੀਟਰ ਕੈਵਿਟੀ, ਮੋਲਡ ਕੈਵਿਟੀ। ਜਿਵੇਂ ਮੈਂ ਦੱਸਿਆ, ਦਾ ਮੋਲਡ ਇਜ਼ ਕਲੋਜ਼ਡ ਵਿਦ ਐਪਲੀਕੇਸ਼ਨ ਆਫ ਹੀਟ ਐਂਡ ਪ੍ਰੈਸ਼ਰ, ਦਾ ਮਟੀਰੀਅਲ ਫਲੋਜ਼ ਐਂਡ ਫਿਲਸ ਦਾ ਮੋਲਡ ਕੈਵਿਟੀ। ਹੀਟ ਕੰਪਲੀਟ ਪੋਲੀਮਰਾਈਜੇਸ਼ਨ ਹੋ ਜਾਂਦੀ ਹੈ ਐਂਡ ਇੰਡੈਂਟੀਫਿਕੇਸ਼ਨ ਦਾ ਪਾਰਟ ਆਫ ਇਜੈਕਟਡ। ਓਕੇ, ਸੋ ਇਹ ਕੰਪਰੈਸ਼ਨ ਮੋਲਡਿੰਗ ਦੇਖ ਰਹੇ ਹੋ ਤੁਸੀਂ ਪ੍ਰੋਸੈਸ ਦੇ ਵਿੱਚ। ਉੱਪਰ ਕੋਰ ਹੈ, ਨੀਚੇ ਸਾਡੀ ਕੈਵਿਟੀ ਹੈ ਅਤੇ ਦੈਨ ਉੱਪਰੋਂ ਪ੍ਰੈਸ਼ਰ ਜਦੋਂ ਆਇਆ ਔਰ ਕਿਊਡ ਮੋਲਡਿੰਗ ਯੂ ਕੈਨ ਸੀ। ਇਹਦੀ ਕੁਛ ਹੋਰ ਐਪਲੀਕੇਸ਼ਨਸ ਨੇ। ਟਰਾਂਸਫਰ ਮੋਲਡਿੰਗ ਆਈ ਕੈਨ ਸੇ ਕਿ ਇਹ ਕੰਬੀਨੇਸ਼ਨ ਹੈ ਇੰਜੈਕਸ਼ਨ ਅਤੇ ਕੰਪਰੈਸ਼ਨ ਦਾ। ਓਕੇ, ਅਸੀਂ ਜਦੋਂ ਬਹੁਤ ਇੰਟਰੀਕੇਟ ਸ਼ੇਪਸ ਤਿਆਰ ਕਰਨੀਆਂ ਹੁੰਦੀਆਂ ਕੰਪੋਨੈਂਟਸ ਦੇ, ਛੋਟੇ ਛੋਟੇ ਡਾਇਆਮੀਟਰਸ ਦੇ ਹੋਲ ਜਿਹੜੇ ਕਿ ਸਾਨੂੰ ਡਰ ਹੁੰਦੇ ਕਿ ਇੰਜੈਕਸ਼ਨ ਜਾਂ ਕੰਪਰੈਸ਼ਨ ਕਰਦੇ ਸਾਡੇ ਟੁੱਟ ਜਾਣਗੇ, ਜਾਂ ਪਿੰਸ, ਛੋਟੇ ਛੋਟੇ ਡਾਇਆਮੀਟਰਸ ਜਾਂ ਪਿੰਸ ਜਿਹੜੀਆਂ ਤਿਆਰ ਕਰਨੀਆਂ ਹੁੰਦੀਆਂ, ਕਾਫੀ ਐਕੂਰੇਟ ਪ੍ਰੋਸੈਸ ਹੈਗਾ, ਉਹ ਅਸੀਂ ਇਸ ਪ੍ਰੋਸੈਸ ਦੇ ਵਿੱਚ ਕਰਦੇ ਹਾਂ। ਥਰਮੋਸੈਟ molding compound is feed into the transfer chamber where it is then heated to plasticize. It is then feed by plunge through sprue, runner and gate into the closed. So ਇਹਦੇ ਵਿੱਚ ਅਸੀਂ ਮਟੀਰੀਅਲ ਜਿਹੜਾ ਹੈਗਾ ਕੰਪਰੈਸ਼ਨ ਮੋਲਡਿੰਗ ਦੀ ਤਰ੍ਹਾਂ ਮੋਲਡ ਦੇ ਵਿੱਚ ਰੱਖ ਦਿੰਦੇ ਹਾਂ ਔਰ ਦੈਨ ਉਸ ਤੋਂ ਬਾਅਦ ਰਨਰ ਗੇਟਸ ਜੋ ਕਿ ਇੰਜੈਕਸ਼ਨ ਮੋਲਡਿੰਗ ਦੇ ਵਿੱਚ ਹੁੰਦਾ, ਉਹਦੇ ਵਿੱਚੋਂ ਨਿਕਲ ਕੇ ਮਟੀਰੀਅਲ ਪਾਸ ਕਰਕੇ ਸਾਡੇ ਕੈਵਿਟੀ ਦੇ ਵਿੱਚ ਚਲ ਜਾਂਦਾ। The mold is then opened and part is ejected. Plugs, sockets, handles, engine casting, switches ਜਿਹੜੇ ਹੈਗੇ ਇਹਦੀ ਕੁਝ ਐਪਲੀਕੇਸ਼ਨਸ ਹੈਗੀਆਂ ਨੇ। ਸੈਕੰਡਰੀ ਪ੍ਰੋਸੈਸਿੰਗ ਟੈਕਨੋਲੋਜੀ ਟਾਈਪਸ ਦੇ ਵਿੱਚ ਇਹਨਾਂ ਨੇ ਦੱਸਿਆ ਹੈਗਾ ਕਿ ਰੋਟੇਸ਼ਨਲ ਮੋਲਡਿੰਗ ਜਿਵੇਂ ਕਿ ਸਾਡਾ ਆਪਾਂ ਵੱਡੇ ਸਾਈਜ਼ ਦੇ ਜਿਹੜੇ ਟੈਂਕਸ ਤਿਆਰ ਕਰਦੇ ਹਾਂ, ਉਹ ਤਿਆਰ ਕਰਨ ਵਾਸਤੇ ਆਪਾਂ ਇਹ ਪ੍ਰੋਸੈਸ ਨੂੰ ਯੂਜ਼ ਕਰਦੇ ਹਾਂ। ਸੋ ਇਹਦੇ ਵਿੱਚ ਰੋਟੇਸ਼ਨ ਦਾ ਮਤਲਬ ਹੈ, ਰੋਟੇਸ਼ਨ ਮੋਲਡਿੰਗ ਦਾ ਮਤਲਬ ਹੈ ਕਿ ਇਹਦੇ ਵਿੱਚ ਮੋਲਡ ਸਾਡਾ ਰੋਟੇਟ ਕਰਦਾ। ਜੋ ਵੀ ਸਾਨੂੰ ਚਾਰਜ ਜਾਂ ਜਿਹੜਾ ਜਿੱਦਾਂ ਵੀ ਅਸੀਂ ਪਾਊਡਰ ਫਾਰਮ ਦੇ ਵਿੱਚ ਮਟੀਰੀਅਲ ਜਿਹੜਾ ਹੈਗਾ ਮੋਲਡ ਦੇ ਵਿੱਚ, ਮੋਲਡ ਨੂੰ ਤੁਸੀਂ ਸਮਝ ਲਓ, ਮੋਲਡ ਦਾ ਮਤਲਬ ਹੁੰਦਾ ਕਿ ਸਾਂਚਾ। ਮੈਂ ਬਾਰ-ਬਾਰ ਮੋਲਡ ਦਾ ਵਰਡ ਯੂਜ਼ ਕਰ ਰਿਹਾ। ਮੋਲਡ ਦਾ ਮਤਲਬ ਹੈ ਸਾਂਚਾ। ਜਿੱਦਾਂ ਦੀ ਸਾਨੂੰ ਸ਼ੇਪ ਚਾਹੀਦੀ ਹੈ ਉਸ ਮੋਲਡ ਦੇ ਵਿੱਚ ਅਸੀਂ ਚਾਰਜ ਨੂੰ ਇਹਦੇ ਵਿੱਚ ਪਾ ਦਿੱਤਾ ਔਰ ਮੋਲਡ ਸਾਡਾ ਰੋਟੇਟ ਕਰਦਾ ਬਾਈ ਐਕਸਲੀ ਮਤਲਬ ਕਿ ਐਕਸ ਐਕਸਿਸ ਨੂੰ ਵੀ ਰੋਟੇਟ ਕਰੂਗਾ ਅਤੇ ਵਾਈ ਐਕਸਿਸ ਨੂੰ ਵੀ ਰੋਟੇਟ ਕਰੂਗਾ। ਇਸ ਤਰ੍ਹਾਂ ਰੋਟੇਟ ਕਰੂਗਾ ਕਿ ਜਿਹੜਾ ਸਾਡਾ ਮਟੀਰੀਅਲ ਹੈ ਅੰਦਰ ਜਦੋਂ ਆਪਾਂ ਮਟੀਰੀਅਲ ਹੀਟ ਹੋਣਾ ਅਤੇ ਉਹ ਮੈਲਟਡ ਫਾਰਮ ਦੇ ਵਿੱਚ ਪੂਰੇ ਇੰਟਰਨਲੀ ਮੋਲਡ ਦੇ ਅੰਦਰ ਮਟੀਰੀਅਲ ਸਾਡਾ ਸਰਕੂਲੇਟ ਕਰੂਗਾ ਔਰ ਉਹਦੇ ਨਾਲ ਕੀ ਹੋਊਗਾ ਕਿ ਸਾਰੀ ਵਾਲਸ 'ਤੇ ਮਟੀਰੀਅਲ ਜਿਹੜਾ ਹੈਗਾ ਮੈਲਟਡ ਮਟੀਰੀਅਲ ਹੈਗਾ ਉਹ ਸਾਰੀ ਵਾਲਸ ਨੂੰ ਜਿਹੜਾ ਹੈ ਲੱਗ ਜਾਏਗਾ ਔਰ ਉਸ ਤੋਂ ਬਾਅਦ ਜਦੋਂ ਆਪਾਂ ਉਹਨੂੰ ਠੰਡਾ ਕਰਨਾ ਅਤੇ ਸਾਡੀ ਜਿਹੜੀ ਇਸ ਤਰ੍ਹਾਂ ਦੀਆਂ ਟੈਂਕੀ ਸ਼ੇਪ ਦੇ ਪ੍ਰੋਡਕਟ ਆ ਜਾਂ ਵੱਡੇ ਪ੍ਰੋਡਕਟਸ ਜਿਹੜੇ ਹੈਗੇ ਉਹ ਤਿਆਰ ਹੋ ਜਾਂਦੇ। ਓਕੇ, ਸੋ ਇਹ ਪ੍ਰੀ ਡਿਟਰਮਾਈਂਡ ਜਿੰਨੀ ਸਾਨੂੰ ਥਿਕਨੈਸ ਚਾਹੀਦੀ ਹੈਗੀ ਆ, ਜਿੰਨਾ ਸਾਨੂੰ ਚਾਹੀਦੀ ਹੈਗੀ ਅਮਾਊਂਟ ਆਫ ਪਾਊਡਰਡ ਥਰਮੋਪਲਾਸਟਿਕ ਮਟੀਰੀਅਲ ਓਕੇ ਇਜ਼ ਪੋਰਡ ਇਨਟੂ ਦਾ ਮੋਲਡ ਦੇ ਵਿੱਚ ਪਿਓਰ ਕਰਨਾ। ਮੋਲਡ ਇਜ਼ ਕਲੋਜ਼, ਮੋਲਡ ਨੂੰ ਕਲੋਜ਼ ਕਰ ਦੇਣਾ। ਹੀਟਰ rotated in the axis of two planes, ਦੋਵਾਂ planes ਦੇ axis ਨੂੰ rotate ਕਰਨਾ until contents have fused into the inner walls of the mold. The mold is opened and the part is removed. ਓਕੇ, ਸੋ ਇਹ ਵੀ ਇੱਕ ਸਾਡਾ ਪ੍ਰੋਸੈਸਿੰਗ ਦੀ ਤਕਨੀਕ ਹੈਗੀ ਆ। ਸੋ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਅਸੀਂ ਜਿੱਦਾਂ ਦੀ ਸਾਨੂੰ ਰਿਕੁਆਇਰਮੈਂਟ ਹੋਵੇ ਪਾਰਟ ਦੀ, ਉਸ ਤਰ੍ਹਾਂ ਦੀ ਅਸੀਂ ਪ੍ਰੋਸੈਸਿੰਗ ਤਕਨੀਕ ਦਾ ਯੂਜ਼ ਕਰਦੇ ਹਾਂ ਅਤੇ ਅਸੀਂ ਉਹ ਪ੍ਰੋਸੈਸਿੰਗ ਤਕਨੀਕ ਦਾ ਯੂਜ਼ ਕਰਕੇ ਅਸੀਂ ਉਸ ਤਰ੍ਹਾਂ ਦਾ ਪਾਰਟ ਜਿਹੜਾ ਹੈਗਾ ਫਾਰਮ ਕਰਦੇ ਹਾਂ। ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਕਿਹੜਾ ਮਟੀਰੀਅਲ ਕਿੰਨੇ ਟਾਈਮ 'ਤੇ ਉਹ ਪ੍ਰੋਸੈਸ ਹੁੰਦਾ ਅਤੇ ਕਿਹੜੇ ਪ੍ਰੋਸੈਸਿੰਗ ਪੈਰਾਮੀਟਰ, ਕਿੰਨਾ ਅਸੀਂ ਟੈਂਪਰੇਚਰ, ਕਿੰਨਾ ਅਸੀਂ ਪ੍ਰੈਸ਼ਰ ਜਿਹੜਾ ਹੈਗਾ ਹਰੇਕ ਪ੍ਰੋਸੈਸ ਵਾਸਤੇ ਦੇਣਾ। ਸੋ ਬਾਕੀ ਅਸੀਂ ਪ੍ਰੋਸੈਸ ਹੁਣ ਨੈਕਸਟ ਵੀਡੀਓ 'ਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਓਕੇ, ਥੈਂਕ ਯੂ।